ਜੇਕਰ ਸਿੱਖੀ ਬਚਾਉਣੀ ਹੈ ਤਾਂ ਹਿੰਦੂ ਤੋਂ, ਹਿੰਦੂ ਰਹੁ ਰੀਤਾਂ ਤੋਂ, ਹਿੰਦੂ ਧਰਮ ਅਸਥਾਨਾਂ ਤੋਂ, ਹਿੰਦੂ ਵਿਸ਼ਵਾਸਾਂ ਤੋਂ ਤੇ ਹਿੰਦੂ ਨਾਲ ਜੁੜ ਸਕਦੀ ਜਾਂ ਜੋੜਦੀ ਹਰ ਗੱਲ ਤੋਂ ਦੂਰੀ ਬਣਾ ਕੇ ਰੱਖਣ ਦੀ ਲੋੜ। ਜਦੋਂ ਹਿੰਦੂ ਭਾਈਚਾਰਾ ਇਹੋ ਜਿਹੀਆਂ ਕਿਤਾਬਾਂ, ਇਹੋ ਜਿਹਾ ਪ੍ਰਚਾਰ, ਇਹੋ ਜਿਹੀਆਂ ਗੱਲਾਂ ਕਰਦਾ ਕਰਾਉਂਦਾ ਰਿਹਾ ਕਿ ਜੀ ਜਿਹੜੇ 10 ਗੁਰੂ ਸਾਹਿਬਾਨ ਨੇ ਇਹ ਉਵੇਂ ਹੀ ਨੇ ਜਿਵੇਂ ਰਾਮ ਚੰਦਰ ਤੇ ਕ੍ਰਿਸ਼ਨ ਜੀ। ਇਹ ਜੀ ਜਿਹੜੇ ਫਲਾਨੇ ਜਿਹੜੇ ਸਾਡੇ ਦੇਵੀ ਦੇਵਤੇ ਨੇ ਉਹਨਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਹੈ, ਤਾਂ ਕਰਕੇ ਸਿੱਖਾਂ ਨੂੰ ਇਹਨਾਂ ਦੇਵੀ ਦੇਵਤਿਆਂ ਦਾ ਵੀ ਸਤਿਕਾਰ ਕਰਨਾ ਚਾਹੀਦਾ। ਆਖਰ ਸਾਡੇ ਵਿੱਚ ਅੱਜ ਦੇ ਖਾਲਿਸਤਾਨੀਆਂ ਵਿੱਚ ਕਿਹੜੀ ਚੀਜ਼ ਦੀ ਘਾਟ ਹੈ ਕਿ ਅਸੀਂ ਆਪਦੇ ਸਿੱਖ ਭਰਾਵਾਂ ਨੂੰ ਕਾਇਲ ਨਹੀਂ ਕਰ ਪਾ ਰਹੇ। ਅੱਜ ਦੀ ਤਰੀਕ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਖਾਲਿਸਤਾਨੀਆਂ ਦੇ ਸਾਹਮਣੇ ਇਹੋ ਜਿਹੇ ਸਵਾਲ ਉਛਾਲੇ ਜਾਂਦੇ ਆ ਜਿਨ੍ਹਾਂ ਦਾ ਜਵਾਬ ਨਾ ਹੋਣ ਕਰਕੇ ਸਾਡੇ ਭਾਈਚਾਰੇ ਦੇ ਲੋਕ ਖਿਝ ਜਾਂਦੇ। ਬਹੁਤ ਸਾਰੇ ਖਾਲਿਸਤਾਨੀ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਲੱਗਦਾ ਕਿ ਖਾਲਿਸਤਾਨੀ ਹੋਣਾ ਬਹੁਤ ਵੱਡੀ ਗੱਲ ਹੈ ਤੇ ਹੁਣ ਬਸ ਬਾਕੀਆਂ ਨੂੰ ਸਾਡੇ ਨਾਲ ਜਾਂ ਤਾਂ ਮਗਰ ਲੱਗਣਾ ਚਾਹੀਦਾ ਤੇ ਜਾਂ ਫਿਰ ਮੈਂ ਉਹਨਾਂ ਨੂੰ ਮਾੜਾ ਚੰਗਾ ਬੋਲਣ ਦਾ ਹੱਕਦਾਰ ਹੋਵੇ। ਸੋ ਖਾਲਿਸਤਾਨੀ ਹੋ ਜਾਣ ਦਾ ਅਰਥ ਇਹ ਨਹੀਂ ਕਿ ਸਾਨੂੰ ਤਾਂ ਗੱਲ ਸਮਝ ਲੱਗ ਗਈ ਤੇ ਜੇ ਤੁਹਾਨੂੰ ਸਮਝ ਨਹੀਂ ਲੱਗੀ ਤੁਹਾਡੀ ਐਸੀ ਤੈਸੀ। ਅੱਜ ਵੀ ਪੰਜਾਬ ਦੇ ਵਿੱਚ ਜਿਹੜੇ ਸਿੱਖ, ਜਿਹੜੇ ਹਿੰਦੂ, ਜਿਹੜੇ ਮੁਸਲਮਾਨ, ਜਿਹੜੇ ਹੋਰ ਲੋਕ ਖਾਲਿਸਤਾਨ ਦੇ ਨਾਲ ਅਸਹਿਮਤ ਨੇ, ਉਹਨਾਂ ਨੂੰ ਸਹਿਮਤ ਕਰਨ ਲਈ ਸਾਨੂੰ ਵਾਈ ਨਾਟ ਖਾਲਿਸਤਾਨ ਟਾਈਪ ਸਰਗਰਮੀ ਦੀ ਲੋੜ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹਿੰਦੂ ਕੱਟੜਵਾਦ ਨੇ ਯੋਗਾ ਦਿਹਾੜਾ ਮਨਾਇਆ, ਪਰ ਖਾਲਸਾ ਪੰਥ ਨੇ ਬਰਾਬਰ ਬਿਲਕੁਲ ਪੈਰਲਲ ਗੱਤਕਾ ਦਿਹਾੜਾ ਜਿਹੜਾ ਹੈਗਾ ਉਹ ਮਨਾਇਆ। ਇਹ ਬਹੁਤ ਚੰਗੀ ਗੱਲ ਹੈ ਕਿ ਜਿੱਥੇ ਹਿੰਦੂ ਰਾਸ਼ਟਰ ਵਾਲੇ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਖਤਮ ਕਰਕੇ ਸਿੱਖਾਂ ਨੂੰ ਹਿੰਦੂ ਖਾਰੇ ਸਮੁੰਦਰ ਵਿੱਚ ਡੁਬੋ ਕੇ ਖਤਮ ਕਰਨਾ ਚਾਹੁੰਦੇ ਆ, ਜਜ਼ਬ ਕਰਨਾ ਚਾਹੁੰਦੇ ਆ, ਅਸਿਮੀਲੇਟ ਕਰਨਾ ਚਾਹੁੰਦੇ ਆ, ਉੱਥੇ ਸਿੱਖ ਹੁਣ ਸੁਚੇਤ ਨੇ। ਪਿਛਲੀ ਪੀੜ੍ਹੀ ਵਾਲੇ ਜਿਹੜੇ ਨੇ, ਜਿਹੜੇ 70-80 ਸਾਲ ਤੋਂ ਵੱਡੀ ਉਮਰ ਵਾਲੇ ਨੇ, ਉਹਨਾਂ ਵਿੱਚੋਂ ਬਹੁਤਿਆਂ ਨੂੰ ਕਈ ਗੱਲਾਂ ਤੇ ਇਤਰਾਜ਼ ਜਿਹਾ ਹੋ ਜਾਂਦਾ, ਪਰ ਨਵੀਂ ਪੀੜ੍ਹੀ ਹੈ ਜਿਹੜੀ, ਖਾਸ ਤੌਰ ਦੇ ਉੱਤੇ 1984 ਤੋਂ ਬਾਅਦ ਵਾਲੀ ਜਿੰਨੀ ਪੀੜ੍ਹੀ, ਉਹ ਹਰ ਵੇਲੇ ਸੁਚੇਤ ਰਹਿਣਾ ਸਿੱਖ ਰਹੀ ਆ ਔਰ ਇਸ ਗੱਲ ਦਾ ਸਾਨੂੰ ਸਵਾਗਤ ਕਰਨਾ ਬਣਦਾ। ਹਰ ਉਹ ਗੱਲ ਜਿਹੜੀ ਸਾਨੂੰ ਹਿੰਦੂ ਖਾਰੇ ਸਮੁੰਦਰ ਦੇ ਵਿੱਚ ਜਜ਼ਬ ਕਰਨ ਦੇ ਸਮਰੱਥ ਆ, ਸਾਨੂੰ ਉਹਦੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਾਨੂੰ ਉਹਦੇ ਨਾਲੋਂ ਬਿਲਕੁਲ ਵੱਖਰਾ ਤੇ ਜੁਦਾ ਹੋ ਕੇ ਆਪਣੀ ਆਇਡੈਂਟੀਟੀ, ਆਪਣੀ ਹੋਂਦ ਹਸਤੀ ਨੂੰ ਦੁਨੀਆ ਵਿੱਚ ਪ੍ਰਗਟ ਕਰਨਾ ਚਾਹੀਦਾ। ਜਿਹੜੀ ਗੱਲ ਨਾਲ ਸਾਡੀ ਹਿੰਦੂਤਵਾ ਨਾਲ ਸਾਂਝ ਬਣਦੀ ਹੋਵੇ, ਉਹ ਯੋਗਾ ਹੋਵੇ, ਕੋਈ ਦਿਨ ਤਿਉਹਾਰ ਹੋਵੇ, ਉਹਨੂੰ ਰੱਦ ਕਰਨਾ ਬਣਦਾ। ਨਾਭੇ ਜੇਲ੍ਹ ਦੇ ਵਿੱਚ ਮੈਂ ਆਪਦੀ ਚੱਕੀ ਦੇ ਵਿੱਚ ਇੱਕ ਵਾਰ ਇੱਕ ਜਿਹੜਾ ਸੀਗਾ ਚਾਰਟ ਪੇਪਰ ਬਾਹਰੋਂ ਮੰਗਾ ਕੇ ਸਕੈਚ ਪੈਨ ਲੈ ਕੇ ਉਹਦੇ ਉੱਤੇ ਇਹ ਗੱਲਾਂ ਲਿਖ ਕੇ ਲਾਈਆਂ ਸੀ ਬਈ ਜੇਕਰ ਸਿੱਖੀ ਬਚਾਉਣੀ ਹੈ ਤਾਂ ਹਿੰਦੂ ਤੋਂ, ਹਿੰਦੂ ਰਹੁ ਰੀਤਾਂ ਤੋਂ, ਹਿੰਦੂ ਧਰਮ ਅਸਥਾਨਾਂ ਤੋਂ, ਹਿੰਦੂ ਵਿਸ਼ਵਾਸਾਂ ਤੋਂ ਤੇ ਹਿੰਦੂ ਨਾਲ ਜੁੜ ਸਕਦੀ ਜਾਂ ਜੋੜਦੀ ਹਰ ਗੱਲ ਤੋਂ ਦੂਰੀ ਬਣਾ ਕੇ ਰੱਖਣ ਦੀ ਲੋੜ। ਇਹ ਕਿਸੇ ਨਫ਼ਰਤ ਚੋਂ ਨਹੀਂ ਕਿਹਾ ਜਾ ਰਿਹਾ ਸੀ। ਅਸਲ ਵਿੱਚ ਬਹੁ ਗਿਣਤੀ ਜਿੱਥੇ ਕੋਈ ਕੌਮ ਧਰਮ ਹੋਵੇ, ਉਹਦਾ ਅਸਰ ਜਿਹੜੀ ਘੱਟ ਗਿਣਤੀ ਕੌਮ ਆ ਉਹਦੇ ਉੱਤੇ ਹੋ ਜਾਣਾ ਸੁਭਾਵਿਕ ਆ, ਪਰ ਇੱਕ ਅਸਰ ਉਹ ਹੁੰਦੇ ਆ ਜਿਹਦਾ ਕਿਸੇ ਘੱਟ ਗਿਣਤੀ ਕੌਮ ਨੂੰ ਇਤਰਾਜ਼ ਨਹੀਂ ਹੁੰਦਾ। ਜਿਵੇਂ ਆਪਾਂ ਜਦੋਂ ਗੋਰਿਆਂ ਦੇ ਮੁਲਕਾਂ 'ਚ ਜਾਂਦੇ ਆ, ਅੰਗਰੇਜ਼ੀ ਸਿੱਖਦੇ ਆ, ਜਾਂ ਆਪਾਂ ਉਹਨਾਂ ਦਾ ਜਿਹੜਾ ਪਹਿਰਾਵਾ ਉਹਦੀ ਰੀਸ ਕਰ ਲਈਏ, ਪੈਂਟ ਸ਼ਰਟ ਟਾਈ ਵਗੈਰਾ ਲਾ ਲੈਂਦੇ ਆ ਲੋਕ, ਜਾਂ ਕੁਝ ਹੋਰ ਚੀਜ਼ਾਂ ਨੇ,
ਉਹ ਹੋਰ ਤਰੀਕੇ ਦੀ ਗੱਲ ਵਾ। ਉਹ ਇਸ ਤਰ੍ਹਾਂ ਨਹੀਂ ਜਿਵੇਂ ਸਾਨੂੰ ਹਿੰਦੂ ਭਾਈਚਾਰੇ ਦੀ ਪ੍ਰੋਬਲਮ, ਹਿੰਦੂ ਭਾਈਚਾਰੇ ਦਾ ਵੀ ਸਾਨੂੰ ਕਿਤੇ ਬਹੁਤਾ ਜ਼ਿਆਦਾ ਇਸ ਤਰ੍ਹਾਂ ਖਿਆਲ ਨਹੀਂ ਸੀ ਹੋਣਾ ਜੇ ਇਹ ਸਾਡੇ ਜੁੱਤੀਆਂ ਫੇਰ ਕੇ ਸਾਨੂੰ ਚੇਤੇ ਨਾ ਕਰਾਉਂਦੇ ਕਿ ਅਸੀਂ ਤੁਹਾਨੂੰ ਖਤਮ ਕਰਨਾ ਹੈ, ਤੁਹਾਡਾ ਖੁਰਾ ਖੋਜ ਮਿਟਾਉਣਾ, ਤੇ ਜਿਹੜੇ ਬਚ ਗਏ ਉਹਨਾਂ ਨੂੰ ਕੇਸਾਧਾਰੀ ਹਿੰਦੂ ਗਰਦਾਨਣਾ। ਜਦੋਂ ਪਤਾ ਲੱਗ ਗਿਆ ਉਦੋਂ ਫਿਰ ਖਤਰਾ ਜਿਹੜਾ ਸੀ ਉਹ ਮਹਿਸੂਸ ਕਰਕੇ ਸਿੱਖਾਂ ਨੇ ਆਪਦੇ ਬਚਾਅ ਦੇ ਰਾਹ ਲੱਭਣੇ ਹੀ ਲੱਭਣੇ ਸੀ। ਉਹਨਾਂ ਵਿੱਚੋਂ ਇਹ ਖਾਲਿਸਤਾਨ ਦਾ ਏਜੰਡਾ ਜਿਹੜਾ ਹੈ, ਇਹ ਖਾਲਿਸਤਾਨ ਦਾ ਝੰਡਾ ਜਿਹੜਾ ਹੈ ਉਹ ਬੁਲੰਦ ਹੋਇਆ। ਖੈਰ, ਜਦੋਂ ਆਪਾਂ ਗੋਰਿਆਂ ਦੇ ਵਿੱਚ ਜਾਂ ਹੋਰਨਾਂ ਮੁਲਕਾਂ ਦੇ ਹੋਰਨਾਂ ਬਹੁ ਗਿਣਤੀ ਭਾਈਚਾਰਿਆਂ 'ਚ ਵਿਚਰਦੇ ਹਾਂ, ਉੱਥੇ ਸਾਨੂੰ ਉਹੋ ਜਿਹੀ ਕੜੱਤਣ ਜਾਂ ਨਫ਼ਰਤ ਇਸ ਕਰਕੇ ਵੀ ਨਹੀਂ ਹੁੰਦੀ ਕਿ ਉਹ ਨਾ ਤਾਂ ਕਿਸੇ ਸਾਜ਼ਿਸ਼ ਦੇ ਤਹਿਤ ਜ਼ਬਰ ਦੇ ਨਾਲ, ਜ਼ੁਲਮ ਦੇ ਨਾਲ ਕੁਚਕਾਰ ਕੇ, ਲਾਲਚ ਦੇ ਕੇ, ਟਰੈਪ ਕਰਕੇ ਸਾਡੇ ਕੋਲੋਂ ਸਾਡਾ ਧਰਮ ਛੁਡਵਾ ਰਹੇ ਨੇ ਤੇ ਆਪ ਦਾ ਸਾਡੇ ਉੱਤੇ ਥੋਪ ਰਹੇ ਨੇ, ਤੇ ਨਾ ਹੀ ਉਹਨਾਂ ਦੀ ਕੋਈ ਇਹੋ ਜਿਹੀ ਲੋੜ ਆ। ਜੇਕਰ ਸਾਡੀ ਕੌਮ ਦੇ ਕੁਝ ਬੰਦੇ ਕਿਸੇ ਮੌਕੇ ਈਸਾਈ ਮਤ ਧਾਰਨ ਕਰਦੇ ਆ ਤਾਂ ਸਾਨੂੰ ਉਹੋ ਜਿਹੀ ਤਕਲੀਫ ਬਾਹਰਲੇ ਮੁਲਕਾਂ 'ਚ ਤਾਂ ਘੱਟ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਗੋਰੇ ਜਾਂ ਹੋਰ ਲੋਕ ਜਿਹੜੇ ਨੇ ਉਹ ਸਿੱਖ ਵੀ ਸਜੀ ਜਾਂਦੇ, ਤੇ ਉਹਨਾਂ ਦਾ ਸਿੱਖ ਸਜਣਾ ਜਾਂ ਸਾਡੇ ਸਿੱਖਾਂ ਵਿੱਚੋਂ ਕਿਸੇ ਦਾ ਈਸਾਈ ਧਰਮ ਗ੍ਰਹਿਣ ਕਰ ਲੈਣਾ ਬਿਲਕੁਲ ਹੀ ਹੋਰ ਤਰੀਕੇ ਦੀ ਕਹਾਣੀ ਹੈ। ਜਦੋਂ ਸਿੱਖਾਂ ਦੇ ਕੋਲੋਂ ਹਿੰਦੂ ਪੁਣੇ ਵਾਲੇ, ਹਿੰਦੂ ਤਵੀਏ, ਹਿੰਦੂ ਪੁਣਾ ਲਾਗੂ ਕਰਨ ਦੇ ਲਈ, ਸਿੱਖੀ ਛੁਡਵਾਉਣ ਦੇ ਪ੍ਰੋਜੈਕਟ ਦੇ ਤਹਿਤ ਸਾਡੇ ਉੱਤੇ ਕਾਰਵਾਈ ਕਰਦੇ ਆ, ਉਹ ਬਿਲਕੁਲ ਹੀ ਹੋਰ ਕਹਾਣੀ। ਇਹ ਗੱਲ ਪਹਿਲਾਂ ਸਾਡੇ ਬੰਦਿਆਂ ਨੇ ਕਦੇ ਮਹਿਸੂਸ ਨਹੀਂ ਸੀ ਕੀਤੀ। ਜਦੋਂ ਹਿੰਦੂ ਭਾਈਚਾਰਾ ਇਹੋ ਜਿਹੀਆਂ ਕਿਤਾਬਾਂ, ਇਹੋ ਜਿਹਾ ਪ੍ਰਚਾਰ, ਇਹੋ ਜਿਹੀਆਂ ਗੱਲਾਂ ਕਰਦਾ ਕਰਾਉਂਦਾ ਰਿਹਾ ਕਿ ਜੀ ਜਿਹੜੇ 10 ਗੁਰੂ ਸਾਹਿਬਾਨ ਨੇ ਇਹ ਉਵੇਂ ਹੀ ਨੇ ਜਿਵੇਂ ਰਾਮਚੰਦਰ ਤੇ ਕ੍ਰਿਸ਼ਨ ਜੀ, ਇਹ ਜੀ ਜਿਹੜੇ ਫਲਾਨੇ ਜਿਹੜੇ ਸਾਡੇ ਦੇਵੀ ਦੇਵਤੇ ਨੇ ਉਹਨਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ ਹੈ, ਤਾਂ ਕਰਕੇ ਸਿੱਖਾਂ ਨੂੰ ਇਹਨਾਂ ਦੇਵੀ ਦੇਵਤਿਆਂ ਦਾ ਵੀ ਸਤਿਕਾਰ ਕਰਨਾ ਚਾਹੀਦਾ। ਜਦੋਂ ਬੀਤੇ ਸਮੇਂ ਦੇ ਵਿੱਚ ਹਿੰਦੂ ਧਰਮ ਦੀਆਂ ਗੱਲਾਂ ਬਾਤਾਂ, ਹਿੰਦੂ ਫਲਸਫੇ ਦੀਆਂ ਗੱਲਾਂ ਬਾਤਾਂ, ਹਿੰਦੂ ਇਤਿਹਾਸ ਅਤੇ ਮਿਥਿਹਾਸ ਦੀਆਂ ਗੱਲਾਂ ਬਾਤਾਂ ਸਾਡੇ ਵੱਡੇ ਵਡੇਰੇ ਸੁਣਦੇ ਕਰਦੇ ਰਹੇ, ਲਿਖਦੇ ਲਿਖਾਉਂਦੇ ਰਹੇ, ਗੁਰਧਾਮਾਂ ਦੇ ਵਿੱਚ ਕਥਾ ਕੀਰਤਨ ਮੌਕੇ ਢਾਡੀ ਰਾਗੀ ਕਥਾਕਾਰ ਉਹਨਾਂ ਚੀਜ਼ਾਂ ਨੂੰ ਵਰਤਦੇ ਵਰਤਾਉਂਦੇ ਰਹੇ ਤਾਂ ਤਕਲੀਫ ਨਹੀਂ ਸੀ ਹੁੰਦੀ ਕਿਉਂਕਿ ਉਦੋਂ 1984 ਨਹੀਂ ਸੀ ਵਾਪਰੇ। 1984 ਨੇ ਸਾਡੇ ਹਿੰਦੂ ਨਾਲ ਰਿਸ਼ਤੇ ਮੁੜ ਪਰਿਭਾਸ਼ਿਤ ਕੀਤੇ, ਰੀਡਿਫਾਈਨ ਦੇ ਭਾਵ ਤੋਂ ਸਾਡਾ ਮਤਲਬ ਇਹ ਕਿ ਇਸ ਤੋਂ ਪਹਿਲਾਂ ਸਾਡੀ ਦੁਨੀਆ ਹੋਰ ਤਰ੍ਹਾਂ ਦੀ ਸੀ, ਹੁਣ ਸਾਡੀ ਦੁਨੀਆ ਹੋਰ ਤਰ੍ਹਾਂ ਦੀ। 1984 ਤੋਂ ਪਹਿਲਾਂ ਸਾਡੇ ਬਹੁਤ ਸਾਰੇ ਬੰਦਿਆਂ ਦੇ ਨਾਂ ਆਮ ਹੁੰਦੇ ਸੀ। ਰਾਮ ਕ੍ਰਿਸ਼ਨ ਸਿੰਘ ਆਮ ਨਾਂ ਹੁੰਦਾ, ਰਾਮ ਸਿੰਘ ਹੋਣਾ ਜਾਂ ਕ੍ਰਿਸ਼ਨ ਸਿੰਘ ਨਾਂ ਹੋਣਾ ਕੋਈ ਬਹੁਤੀ ਵੱਡੀ ਸਮੱਸਿਆ ਵਾਲੀ ਗੱਲ ਨਹੀਂ ਸੀ। ਕਿੱਡੀ ਸਾਡੇ ਵਿੱਚ ਖੁੱਲ੍ਹ ਦਿਲੀ ਹੈ ਕਿ ਅਸੀਂ ਇਸ ਤਰੀਕੇ ਦੇ ਜਿਹੜੇ ਹਿੰਦੂ ਫਲਸਫੇ ਦੇ, ਉਹਨਾਂ ਦੇ ਹਿੰਦੂ ਮੈਥਾਲੋਜੀ ਜਾਂ ਇਤਿਹਾਸ ਲਾਓ, ਜੋ ਮਰਜ਼ੀ ਆ, ਉਹਨਾਂ ਦਾ ਜੋ ਵੀ ਧਰਮ ਹੈ, ਉਹਦੇ ਜਿਹੜੇ ਨਾਇਕ ਨੇ ਉਹ ਨੌ ਸਿੱਖਾਂ ਦੇ ਆਮ ਹੁੰਦੇ ਸੀ। ਬਹੁਤ ਸਾਰੀਆਂ ਇਹੋ ਜਿਹੀਆਂ ਰਸਮਾਂ ਵੀ ਰਹੀਆਂ ਨੇ ਵਿਆਹ ਸ਼ਾਦੀ ਮੌਕੇ ਜਾਂ ਹੋਰ, ਕਿਉਂਕਿ ਬਹੁਤ ਸਾਰੇ ਜਿਹੜੇ ਸਿੱਖ ਸੀ ਉਹ ਹਿੰਦੂ ਪਿਛੋਕੜ ਚੋਂ ਆਏ ਸੀ ਤੇ ਉਹ ਬਹੁਤ ਸਾਰਾ ਕੁਝ ਉਹੋ ਜਿਹਾ ਨਾਲ ਲੈ ਕੇ ਆ। ਪਰ ਹੌਲੀ ਹੌਲੀ ਜਦੋਂ ਭਾਈਚਾਰਾ, ਜਦੋਂ ਕਿ ਕੌਮ ਦਾ ਸਫ਼ਰ ਅੱਗੇ ਵੱਧਦਾ, ਜਿਵੇਂ ਸਰਦਾਰ ਨਰਿੰਦਰ ਸਿੰਘ ਮਹਿਬੂਬ ਦਾ ਬਚਨ ਹੈ ਕਿ ਕੌਮਾਂ ਦੇ ਵੰਡ ਦਾ ਸਫ਼ਰ ਜਿਹੜਾ ਹੁੰਦਾ ਉਹ ਸਹਿਜੇ ਸਹਿਜੇ ਸਦੀਆਂ ਤੱਕ ਚੱਲਦਾ ਤੇ ਹੌਲੀ ਹੌਲੀ ਕੌਮਾਂ ਜਿਹੜੀਆਂ ਨੇ ਉਹ ਪ੍ਰਵਾਨ ਚੜ੍ਹਦੀਆਂ। ਤੋ ਜਿਹੜਾ ਗੁਰੂ ਕਾਲ ਵੇਲੇ ਤੋਂ ਬਾਅਦ ਵਿੱਚ ਜਿਹੜਾ ਸਾਡਾ ਸਿੱਖ ਇਤਿਹਾਸ ਚੱਲਦਾ, ਉਹਦੇ ਵਿੱਚ ਅੱਡ ਅੱਡ ਮੋੜਾਂ ਤੇ ਜਦੋਂ ਸਾਨੂੰ ਚੀਜ਼ਾਂ ਦੀ ਗੱਲਾਂ ਦੀ ਲੋੜ ਪੈਂਦੀ ਰਹੀ, ਸਿੱਖ ਉਵੇਂ ਚੀਜ਼ਾਂ ਕ੍ਰੀਏਟ ਕਰਦੇ ਰਹੇ ਕਿਉਂਕਿ ਗੁਰੂ ਸਾਹਿਬਾਨ ਨੇ
ਸੰਗਤ ਨੂੰ, ਖਾਲਸਾ ਪੰਥ ਨੂੰ ਗੁਰੂ ਰੂਪ ਦਾ ਦਰਜਾ ਦਿੱਤਾ, ਵੀ ਗੁਰੂ ਦੇ ਰੂਪ। ਤੋਂ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਜਾਂ ਸੰਗਤੀ ਰੂਪ ਦੇ ਵਿੱਚ ਫੈਸਲੇ ਲੈਣ ਦੇ ਜਿਹੜੇ ਸਾਨੂੰ ਹੱਕ ਹਕੂਕ ਨੇ, ਉਹਦੇ ਤਹਿਤ ਪਿਛਲੀਆਂ ਸਦੀਆਂ ਦੇ ਵਿੱਚ ਬਹੁਤ ਕੁਝ ਉਹ ਕਰਨਾ ਕਰਾਉਣਾ ਸਾਡੇ ਹਿੱਸੇ ਆਇਆ, ਜਿਹੜਾ ਗੁਰੂ ਸਾਹਿਬਾਨ ਵੇਲੇ ਨਹੀਂ ਸੀ। ਹੁਣ ਆਪਾਂ ਦੇਖੋ ਕਿ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਖਾਲਸਾ ਰਾਜ ਦਾ ਮੁੱਢ ਬੰਨਿਆ ਜਾਂਦਾ। ਗੁਰੂ ਸਾਹਿਬਾਨ ਵੇਲੇ ਆਪਾਂ ਦੇਖਦੇ ਹਾਂ ਕਿ ਕਿਸੇ ਗੁਰੂ ਸਾਹਿਬ ਨੇ ਰਾਜ ਦੀ ਸਿਰਜਣਾ, ਰਾਜ ਕਾਇਮ ਨਹੀਂ ਕੀਤੀ, ਪਰ ਗੁਰੂ ਸਾਹਿਬਾਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਖਾਲਸਾ ਰਾਜ ਦੀ ਕਾਇਮੀ ਹੁੰਦੀ। ਸਮੇਂ ਦੀ ਲੋੜ ਸੀ, ਉਸ ਲੋੜ ਦੇ ਵਿੱਚੋਂ ਅਸੀਂ ਰਾਜ ਭਾਗ ਦੇ ਮਾਲਕ ਬਣਦੇ ਹਾਂ, ਤੇ ਉਸ ਮੌਕੇ ਰਾਜ ਭਾਗ ਚਲਾਉਣ ਲਈ ਬਹੁਤ ਸਾਰਾ ਕੁਝ ਜਿਹੜਾ ਸਿੱਖ ਆਦਰਸ਼ਾਂ ਅਨੁਸਾਰ ਹੋਣਾ ਚਾਹੀਦਾ ਸੀ ਉਹ ਸਿਰਜਦੇ। ਉਪਰੰਤ ਸਾਡਾ ਇੱਕ ਸੰਕਟ ਵਾਲਾ ਦੌਰ, ਭਿਆਨਕ ਕਹਿਰ ਵਾਲਾ ਦੌਰ 18ਵੀਂ ਸਦੀ ਦੇ ਵਿੱਚ ਜਦੋਂ ਚੱਲਿਆ, ਤਾਂ ਸਿੱਖ ਉੱਥੇ ਫਿਰ ਮਿਸਲਾਂ ਦੇ ਰੂਪ ਦੇ ਵਿੱਚ 65 ਨਿੱਕੇ ਨਿੱਕੇ ਜਥੇ ਬਣਦੇ। ਉਹਨਾਂ ਜਥਿਆਂ ਦੀ ਜਿਹੜੀ ਆ ਇੱਕ ਨਵੇਂ ਤਰੀਕੇ ਨਾਲ ਜਦੋਂ ਵੰਡ ਜਾਂ ਉਹਨਾਂ ਦੀ ਜਿਹੜੀ ਸੰਯੋਗ ਕੀਤਾ ਗਿਆ, ਨੇੜਤਾ ਬਣਾਈ ਗਈ, ਫਿਰ ਉੱਥੇ ਮਿਸਲਾਂ ਬਣੀਆਂ। 12 ਮਿਸਲਾਂ ਸਾਡੀਆਂ ਚੱਲ ਰਹੀਆਂ। ਹੁਣ ਮਿਸਲਾਂ ਗੁਰੂ ਸਾਹਿਬਾਨ ਵੇਲੇ ਤਾਂ ਨਹੀਂ ਸੀ, ਬਾਅਦ ਵਿੱਚ ਸਮੇਂ ਦੀ ਲੋੜ ਪਈ ਤਾਂ ਉਹਦੇ ਚੋਂ 12 ਮਿਸਲਾਂ, ਫਿਰ 6 ਰਿਆਸਤਾਂ ਕਾਇਮ ਹੁੰਦੀਆਂ, ਜਿਨ੍ਹਾਂ ਵਿੱਚੋਂ ਜਿਹੜੀ ਸ਼ੁਕਰ ਚੱਕੀਆ ਮਿਸਲ ਹੈ, ਜਿਹਦਾ ਵਾਰਸ ਮਹਾਰਾਜਾ ਰਣਜੀਤ ਸਿੰਘ ਹੈ, ਤੇ ਉਹਦੇ ਰਾਹੀਂ ਜਿਸ ਤਰੀਕੇ ਨਾਲ ਖਾਲਸਾਈ ਜਿਹੜਾ ਜਲਵਾ ਹੈ ਉਹ ਸਾਰਿਆਂ ਦੇ ਸਾਹਮਣੇ ਪ੍ਰਤੱਖ ਹੋਇਆ। ਅੱਜ ਜਦੋਂ ਸਾਡੇ ਭਰਾ ਖਾਲਿਸਤਾਨ ਦੀ ਵਿਆਖਿਆ ਕਰਨ ਕਰਾਉਣ ਲਈ ਉਸ ਚੀਜ਼ ਨੂੰ ਵਰਤਦੇ ਆ, ਅੱਜ ਇੱਕ ਹਿੰਦੂ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ, ਉਹਦੇ ਵਿੱਚ ਉਹ ਖਾਲਿਸਤਾਨ ਦੀ ਵਿਆਖਿਆ ਕਰਨ ਮੌਕੇ ਖਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਵਾਲੇ ਦੌਰ ਦੀ ਉਦਾਹਰਨ ਦੇ ਕੇ ਆਪਦੀ ਗੱਲ ਜਿਹੜੀ ਆ ਉਹ ਸਪਸ਼ਟ ਕਰਦਾ ਕਿ ਕਿਉਂ ਸਿੱਖਾਂ ਦਾ ਰਾਜ ਜਿਹੜਾ ਹੁੰਦਾ ਉਹ ਵਧੀਆ ਹੁੰਦਾ ਬਾਕੀਆਂ ਨਾਲੋਂ। ਇਵੇਂ ਹੀ ਇੱਕ ਹੋਰ ਹਿੰਦੂ ਨੌਜਵਾਨ, ਉਹਦੀ ਵੀਡੀਓ ਘੁੰਮ ਰਹੀ ਆ, ਜਿਹਦੇ ਵਿੱਚ ਉਹ ਕਹਿੰਦਾ ਕਿ ਮੈਨੂੰ ਕੁਛ ਸੱਜਣਾ ਨੇ ਕਿਹਾ ਕਿ ਤੂੰ ਤਾਂ ਹਿੰਦੂ ਆ, ਤੇ ਤੂੰ ਕਿਉਂ ਇੰਦਰਾ ਨੂੰ ਮਾਰਨ ਵਾਲੇ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਦੀ ਚੋਣਾਂ 'ਚ ਮਦਦ ਕਰਾਉਂਦਾ ਰਿਹਾ। ਤੇ ਉਹਨੇ ਆਖਿਆ ਕਿ ਮੈਂ ਜਵਾਬ ਦਿੱਤਾ ਕਿ ਜੇਕਰ ਕੋਈ ਸਾਡੇ ਘਰ ਨੂੰ ਢਾਹ ਦੇਵੇ ਤੇ ਮੈਂ ਕੀ ਕਰੂੰ। ਉਵੇਂ ਹੀ ਉਹਨਾਂ ਦੇ ਕੇਂਦਰੀ ਸਥਾਨ ਦੇ ਉੱਤੇ ਸਿੱਖਾਂ ਦੇ ਉੱਤੇ ਜਦੋਂ ਇੰਦਰਾ ਨੇ ਹਮਲਾ ਕੀਤਾ ਤਾਂ ਉਹਨੇ ਸਰਦਾਰ ਬੇਅੰਤ ਸਿੰਘ ਹੋਣਾ ਨੇ ਜਾਂ ਸਿੱਖਾਂ ਨੇ ਜੋ ਕੀਤਾ ਫਿਰ ਉਹਨਾਂ ਨੂੰ ਉਹਦਾ ਹੱਕ ਬਣਦਾ। ਇਸ ਤਰੀਕੇ ਦੇ ਜਿਹੜੇ ਹਿੰਦੂ ਨੇ ਉਹਨਾਂ ਬਾਰੇ ਸਾਨੂੰ ਬੜਾ ਸਪਸ਼ਟਤਾ ਨਾਲ ਪਤਾ ਹੈ ਕਿ ਬਹੁਤ ਸਾਰੇ ਹਿੰਦੂ ਜਿਹੜੇ ਨੇ ਉਹ ਗੰਗੂ ਦੇ ਵਾਰਸ ਨੇ। ਬਹੁਤ ਸਾਰੇ ਹਿੰਦੂ ਜਿਹੜੇ ਨੇ ਉਹ ਸਿੱਖੀ ਅਤੇ ਸਿੱਖਾਂ ਦੇ ਨਾਲ ਧਰੋ ਦਿਲ 'ਚ ਪਾਪ ਰੱਖਦੇ ਆ, 5 ਸਦੀਆਂ ਦਾ ਵੈਰ ਲੈ ਕੇ ਚੱਲਦੇ ਆ। ਪਰ ਬੜੀ ਵੱਡੀ ਗਿਣਤੀ ਵਿੱਚ ਜਿਹੜੇ ਦੀਵਾਨ ਕੌੜਾ ਮੱਲ ਵਾਂਗ ਜਾਂ ਹੋਰ ਬਹੁਤ ਸਾਰੇ ਹਿੰਦੂ ਇਤਿਹਾਸ ਵਿੱਚ ਹੋਏ ਨੇ, ਜਿਨ੍ਹਾਂ ਨੇ ਸਿੱਖੀ ਅਤੇ ਸਿੱਖਾਂ ਨਾਲ, ਗੁਰੂ ਘਰ ਨਾਲ ਪ੍ਰੇਮ ਵਾਲਾ ਰਿਸ਼ਤਾ ਰੱਖਿਆ, ਬੜੇ ਨੇ। ਉਹ ਅੱਜ ਦੇ ਇਸ ਖਾੜਕੂ ਸੰਘਰਸ਼ ਦੇ ਦਿਨਾਂ ਵਿੱਚ ਵੀ ਜਦੋਂ ਅਸੀਂ ਧਿਆਨ ਕਰੀਏ ਤਾਂ ਬਹੁਤ ਸਾਰੇ ਹਿੰਦੂ ਭਾਈਚਾਰੇ ਵਿੱਚੋਂ ਵੀ ਨੌਜਵਾਨਾਂ ਨੇ ਖਾਲਿਸਤਾਨ ਦੇ ਲਈ ਆਪਣੀਆਂ ਜਾਨਾਂ ਵਾਰੀਆਂ। ਤੇ ਉਹਨਾਂ ਹਿੰਦੂਆਂ ਵਿੱਚ 2 ਤਰ੍ਹਾਂ ਦੇ ਅੱਗੇ ਜਿਹੜਾ ਵਰਗ ਉਹ ਬਣ ਸਕਦੇ ਆ ਸਮਝਣ ਦੇ ਲਈ। ਇੱਕ ਤਾਂ ਉਹ ਜਿਨ੍ਹਾਂ ਨੇ ਆਪਦੇ ਹਿੰਦੂ ਮਜ਼ਹਬ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਹੈਗਾ ਰੱਖਿਆ, ਪਰ ਉਹ ਕੌਮ ਦੇ ਸੰਘਰਸ਼ ਵਿੱਚ ਪੰਜਾਬ ਪ੍ਰਤੀ ਜਾਂ ਸਿੱਖਾਂ ਪ੍ਰਤੀ ਜਾਂ ਕਿਸੇ ਹੋਰ ਚੱਕਰ ਦੇ ਵਿੱਚ ਆਪਦੀ ਨਿਭਾ ਗਏ। ਇਹ ਵੀ ਹੋਣਗੇ। ਮੈਂ ਸਪਸ਼ਟ ਤੌਰ ਤੇ ਕਿਸੇ ਹਿੰਦੂ ਦਾ ਇਸ ਤਰੀਕੇ ਦਾ ਜ਼ਿਕਰ ਕਰਨ ਵਾਲੀ ਸਥਿਤੀ ਵਿੱਚ ਭਾਵੇਂ ਨਹੀਂ, ਪਰ ਇਹ ਤੋਂ ਜਿਹੜਾ ਦੂਜਾ ਵਰਗ ਆ ਕਿ ਜੰਮੇ ਹਿੰਦੂਆਂ ਦੇ ਘਰੇ, ਪੰਡਤਾਂ ਦੇ ਘਰੇ, ਖੱਤਰੀਆਂ ਦੇ ਘਰੇ, ਪਰ ਉਹਨਾਂ ਨੇ ਅੰਮ੍ਰਿਤ ਛਕ ਕੇ ਜਾਂ ਸਿੰਘ ਸੱਜ ਕੇ ਜਾਂ ਸਿੱਖੀ ਸਰੂਪ ਧਾਰਨ ਕਰਕੇ ਖਾੜਕੂ ਜੱਦੋ ਜਹਿਦ ਵਿੱਚ ਹਿੱਸਾ ਲਿਆ। ਪੰਡਤਾਂ ਦੇ ਘਰੇ ਜੰਮਣ ਦੇ ਬਾਵਜੂਦ ਉਹਨਾਂ ਨੇ ਸਿੱਖੀ ਲਈ, ਖਾਲਿਸਤਾਨ ਲਈ ਆਪਦਾ ਯੋਗਦਾਨ ਪਾਇਆ। ਜਦੋਂ ਮੈਂ ਇਸ ਨੁਕਤੇ ਤੇ ਨਜ਼ਰ ਮਾਰਦਾ ਤਾਂ ਬੜੀ ਵੱਡੀ ਗਿਣਤੀ ਵਿੱਚ ਆਪਾਂ ਨੂੰ ਇਹੋ ਜਿਹੇ ਪੰਜਾਬੀ
मुसलमान भी मिल जाएंगे ते होरना जातां बरादरियां धर्मां दे लोग आपां मन लईए, आपां इस पासे नूं ध्यान नहीं दे रहे, देना पैना कि पंजाब दी जां खालिस्तान दी आज़ादी दी लड़ाई विच जिवें सिखां ने योगदान पाया, जिवें सिखां विचों योगदान पाउण वाले सी, उवें हिंदुआं विचों भी सी, मुसलमानां विचों भी सी, होरना जातां विचों भी सी, होरना धर्मां विचों भी सी। उवें ही जिवें बहुत सारे इंजीनियरां विचों आए, बहुत सारे डॉक्टरां चों आए, बहुत सारे मास्टरां चों आए, बहुत सारे इहो जिहे भी सी जिहड़े पंजाब पुलिस विच सेवा ड्यूटी जिहड़ी नौकरी सी वो करदे सी, पर वो पंथ दे सेवादार बन के कौम दे लेखे लगे। सो जिहड़े सिख संघर्ष विच खालिस्तानी सफा विच आके पंडित होण, हिंदू होण, मुसलमान होण, पुलिस वाले होण, इंजीनियर होण, ਇਹ ਸਾਰੇ ਸਾਡੇ ਸਾਹਮਣੇ ਇੱਕ ਇਹੋ ਜਿਹੀ ਜਿਹੜੀ ਪੋਜੀਸ਼ਨ ਹੈ, ਸਥਿਤੀ, ਹਾਲਾਤ ਉਹ ਬਣਦਾ ਹੈ ਕਿ ਇੱਕ ਪਾਸੇ ਬਹੁਤ ਸਾਰੇ ਸਿੱਖ ਨੇ ਜਿਹੜੇ ਖਾਲਿਸਤਾਨ ਨੂੰ ਸਮਰਪਿਤ ਹੋ ਕੇ ਸੰਘਰਸ਼ਸ਼ੀਲ ਰਹੇ ਨੇ, ਤੇ ਬਹੁਤ ਸਾਰੇ ਸਿੱਖ ਇਹੋ ਜਿਹੇ ਰਹੇ ਨੇ ਜਿਹੜੇ ਖਾਲਿਸਤਾਨ ਦੇ ਖਿਲਾਫ ਭੁਗਤੇ, ਇੱਥੋਂ ਤੱਕ ਭੁਗਤੇ ਕਿ ਜਿਵੇਂ ਬਾਦਲਕਿਆਂ ਨੇ, ਟੌੜੇਕਿਆਂ ਨੇ ਜਾਂ ਸਿਆਸੀ ਹੋਰ ਬਹੁਤ ਸਾਰੇ ਭਲਵਾਨਾਂ ਨੇ, IAS ਅਫਸਰਾਂ ਨੇ, IPS ਅਫਸਰਾਂ ਨੇ, ਬਿਆੰਤਾ ਬੁੱਚੜ ਵੀ ਸਿੱਖ ਸੀ, APS ਗਿੱਲ, ਕੁਲਦੀਪ ਸਿੰਘ ਬਰਾੜ, ਸਵਰਨ ਸਿੰਘ ਘੋਟਣਾ, ਦਰਸ਼ਨ ਸਿੰਘ ਢੇਲੋਂ, ਹੋਰ ਬੜੇ, ਇਹ ਸਾਰੇ ਸਿੱਖਾਂ ਦੇ ਘਰਾਂ 'ਚ ਜਨਮ ਲੈਣ ਦੇ ਬਾਵਜੂਦ ਸਾਡੀ ਲੜਾਈ ਦੇ ਮੌਕੇ ਸਾਡੇ ਉਲਟ ਭੁਗਤੇ। ਇਵੇਂ ਹੀ ਬਹੁਤ ਸਾਰੇ ਹਿੰਦੂ ਨੇ ਜਿਹੜੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਸਾਡੇ ਹੱਕ 'ਚ ਭੁਗਤੇ, ਤੇ ਇਵੇਂ ਬਹੁਤ ਸਾਰੇ ਹਿੰਦੂ ਨੇ ਜਿਹੜੇ ਖਾਲਿਸਤਾਨ ਦੇ ਸੰਘਰਸ਼ ਮੌਕੇ ਸਾਡੇ ਖਿਲਾਫ ਭੁਗਤੇ। ਇਵੇਂ ਹੀ ਮੁਹੰਮਦ ਮੁਸਤਫਾ ਤੇ ਇਜ਼ਹਾਰ ਆਲਮ ਵਰਗੇ ਜਿਹੜੇ ਨੇ ਉਹ ਵੀ ਨੇ, ਤੇ ਇੱਥੇ ਬਸ਼ੀਰ ਮੁਹੰਮਦ ਉਰਫ ਭਾਈ ਲਛਮਣ ਸਿੰਘ ਬੱਬਰ ਤੇ ਉਹਦੀ ਸਿੰਘਣੀ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਬਹੁਤ ਸਾਰੇ, ਜਿਹੜੀ ਬੀਬੀ ਬੱਚੀ ਪ੍ਰਵੀਨ ਕੌਰ ਸਰਸੇ ਡੇਰੇ ਦੇ ਮੁਖੀ ਨੂੰ ਬੰਬ ਧਮਾਕੇ ਵਿੱਚ ਉਡਾਉਣ ਦੀ ਇੱਕ ਸਾਜ਼ਿਸ਼ ਪਿਛਲੇ ਦੌਰ ਵਿੱਚ ਚਰਚਾ 'ਚ ਰਹੀ ਆ, ਉਹਦੇ ਵਿੱਚ ਭਾਈ ਬਸ਼ੀਰ ਮੁਹੰਮਦ ਦੀ ਜਿਹੜੀ ਭਾਣਜੀ ਬੀਬੀ ਪ੍ਰਵੀਨ ਕੌਰ ਦੀ ਬੜੀ ਚਰਚਾ ਹੁੰਦੀ ਰਹੀ, ਆਪਾਂ ਨੂੰ ਸਭ ਨੂੰ ਪਤਾ। ਤੋ ਜਿਹੜਾ ਆਪਾਂ ਆਉਣ ਵਾਲਾ ਸਮਾਂ ਆ ਉਹਦੇ ਵਿੱਚ ਇਸ ਨੁਕਤੇ ਦੇ ਉੱਤੇ ਸਾਨੂੰ ਖਾਲਿਸਤਾਨੀ ਸਫਾ ਨੂੰ ਆਪਣੇ ਆਪ ਨੂੰ ਮੈਚਿਓਰ ਕਰਨਾ ਪਊਗਾ ਕਿ ਪੰਜਾਬ ਦੀ ਜਾਂ ਖਾਲਿਸਤਾਨ ਦੀ ਜਿਹੜੀ ਆਜ਼ਾਦੀ ਦੀ ਜੰਗ ਆ ਉਹਦੇ ਵਿੱਚ ਸਾਰੇ ਦੇ ਸਾਰੇ ਪੰਜਾਬ ਦੇ ਸਿੱਖਾਂ ਦਾ, ਹਿੰਦੂਆਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ, ਹਰ ਵਰਗ ਦੇ, ਹਰ ਜਾਤ ਬਰਾਦਰੀ ਦੇ, ਹਰ ਕਿੱਤੇ ਦੇ ਤੇ ਹਰ ਖਿੱਤੇ ਦੇ, ਹਰ ਇਲਾਕੇ ਦੇ ਲੋਕਾਂ ਦਾ ਯੋਗਦਾਨ ਹੈ ਤੇ ਖਿਲਾਫ ਵੀ ਹੈ। ਤੇ ਜੇਕਰ ਹਿੰਦੂਆਂ ਵਿੱਚੋਂ, ਮੁਸਲਮਾਨਾਂ ਚੋਂ, ਸਿੱਖਾਂ ਚੋਂ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਚੋਂ ਖਾਲਿਸਤਾਨ ਦੇ ਹਮਾਇਤੀ ਨੇ, ਤਾਂ ਉਹਨਾਂ ਨੂੰ ਕਿਸ ਚੀਜ਼ ਨੇ ਪ੍ਰੇਰਨਾ ਦਿੱਤੀ? ਅਸੀਂ ਜਿਹੜੇ ਹਿੰਦੂਆਂ ਨੂੰ ਅੱਜ ਖਾਲਿਸਤਾਨ ਦੇ ਖਿਲਾਫ ਡਟੇ ਹੋਏ ਦੇਖਦੇ ਹਾਂ, ਜਾਂ ਜਿਹੜੇ ਸਿੱਖਾਂ ਨੂੰ ਅਸੀਂ ਖਾਲਿਸਤਾਨ ਦੇ ਖਿਲਾਫ ਡਟੇ ਦੇਖਦੇ ਹਾਂ, ਪੁਲਿਸ ਵਾਲਿਆਂ ਨੂੰ ਖਿਲਾਫ ਡਟੇ ਦੇਖਦੇ ਹਾਂ, ਮੁਸਲਮਾਨਾਂ ਨੂੰ ਖਿਲਾਫ ਡਟੇ ਦੇਖਦੇ ਹਾਂ, ਜਾਂ ਜਿਹੜੇ ਪੰਜਾਬੀ ਖਾਲਿਸਤਾਨ ਦੇ ਨਾਲ ਅਸਹਿਮਤ ਨੇ, ਉਹਨਾਂ ਦੇ ਬਾਰੇ ਆਪਾਂ ਇਹ ਦੋ ਨੁਕਤੇ ਨੇ ਜਿਨ੍ਹਾਂ ਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ। ਇੱਕ ਤਾਂ ਇਹ ਕਿ ਆਖਰ ਜਿਹੜੇ ਪਹਿਲਾਂ ਹਿੰਦੂ, ਮੁਸਲਮਾਨ, ਈਸਾਈ ਤੇ ਸਿੱਖ ਖਾਲਿਸਤਾਨ ਦੇ ਸੰਘਰਸ਼ ਵੱਲ ਆਏ ਤੇ ਕੁਰਬਾਨੀਆਂ ਕੀਤੀਆਂ, ਜਿਹੜੇ ਪੁਲਿਸ ਵਾਲਿਆਂ ਨੇ ਖਾਲਿਸਤਾਨੀ ਸੰਘਰਸ਼ ਵਿੱਚ ਸੇਵਾ ਕੀਤੀ, ਉਹਨਾਂ ਨੂੰ ਕਿਹੜੀ ਗੱਲ ਨੇ ਕਾਇਲ ਕੀਤਾ ਸੀ? ਕਿਸ ਨੁਕਤੇ ਨੇ, ਕਿਸ ਸ਼ਖਸੀਅਤ ਨੇ, ਕਿਸ ਘਟਨਾ ਨੇ, ਕਿਸ ਵਰਤਾਰੇ ਨੇ ਉਹਨਾਂ ਨੂੰ ਖਾਲਿਸਤਾਨ ਦੇ ਸੰਘਰਸ਼ ਵਿੱਚ ਲੈ ਕੇ ਆਉਂਦਾ? ਆਖਰ ਕਿਹੜੀ ਗੱਲ ਹੋਈ ਕਿ ਸਿੱਖਾਂ ਦੇ ਵਿੱਚੋਂ ਲੋਕ ਖਾਲਿਸਤਾਨ ਦੇ ਸੰਘਰਸ਼ ਵੱਲ ਆ ਗਏ? ਕਿਹੜੀ ਗੱਲ ਹੋਈ ਕਿ ਪੁਲਿਸ ਵਿੱਚ ਜਾਂ ਫੌਜ ਵਿੱਚ ਜਾਂ ਹੋਰ ਨੌਕਰੀਆਂ ਕਰਦੇ ਲੋਕ ਖਾਲਿਸਤਾਨ ਦੇ ਵੱਲ ਆ ਗਏ? ਇੱਕ ਤਾਂ ਇਹ ਗੱਲ। ਦੂਸਰਾ ਜਿਹੜਾ ਨੁਕਤਾ ਹੈ ਉਹ ਇਹ ਹੈ ਕਿ ਆਖਰ ਸਾਡੇ ਵਿੱਚ ਅੱਜ ਦੇ ਖਾਲਿਸਤਾਨੀਆਂ ਵਿੱਚ ਕਿਹੜੀ ਚੀਜ਼ ਦੀ ਘਾਟ ਹੈ ਕਿ ਅਸੀਂ ਆਪਦੇ ਸਿੱਖ ਭਰਾਵਾਂ ਨੂੰ ਕਾਇਲ ਨਹੀਂ ਕਰ ਪਾ ਰਹੇ? ਸਾਡੀ ਕਿੱਥੇ ਕਮਜ਼ੋਰੀ ਹੈ, ਕੀ ਘਾਟ ਹੈ, ਕਿੱਥੇ ਆ ਉਹ ਘਾਟ ਕਿ ਅਸੀਂ
ਆਪਦੀ ਕੌਮ ਦੇ बहुत सारे ਵੱਡੇ ਹਿੱਸੇ ਨੂੰ ਅਜੇ ਤੱਕ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਲਿਆ ਸਕੇ। ਅਸੀਂ ਪੰਜਾਬ ਦੇ ਹਿੰਦੂਆਂ ਨੂੰ, ਮੁਸਲਮਾਨਾਂ ਨੂੰ ਜਾਂ ਹੋਰਨਾਂ ਲੋਕਾਂ ਨੂੰ ਖਾਲਿਸਤਾਨੀ ਕਿਉਂ ਨਹੀਂ ਬਣਾ ਸਕੇ, ਉਸ ਨੁਕਤੇ ਦੀ ਨਿਸ਼ਾਨਦੇਹੀ ਕਰਨੀ ਸਾਡੇ ਲਈ ਬੜੀ ਜ਼ਰੂਰੀ ਆ, ਤਾਂ ਕਿ ਅਸੀਂ ਮਿਹਨਤ ਕਰੀਏ। ਜਿਹੜੇ ਹਿੰਦੂ, ਜਿਹੜੇ ਮੁਸਲਮਾਨ, ਜਿਹੜੇ ਸਿੱਖ, ਜਿਹੜੇ ਈਸਾਈ, ਜਿਹੜੇ ਵੀ ਲੋਕ, ਚਾਹੇ ਉਹ ਪੁਲਿਸ ਤੇ ਨੇ, ਫੌਜ ਨੇ, ਜਾਂ ਕੋਈ ਵੀ ਜਿਹੜੇ ਲੋਕ, ਜਿਹੜੇ ਪੰਜਾਬੀ ਲੋਕ ਖਾਲਿਸਤਾਨ ਦੇ ਮੁਖਾਲਫ ਨੇ, ਜਿਹੜੇ ਵਿਰੋਧੀ ਨੇ, ਸਾਨੂੰ ਉਹਨਾਂ ਨੂੰ ਕੋਈ ਗੁਨਾਹਗਾਰ ਨਹੀਂ ਮੰਨਣਾ ਚਾਹੀਦਾ। ਸਾਨੂੰ ਇਹ ਸੋਚਣਾ ਚਾਹੀਦਾ ਕਿ ਉਹਨਾਂ ਦਾ ਇਹ ਹੱਕ ਵਾ, ਉਹਨਾਂ ਨੇ ਆਪਦੀ ਪੂਰੀ ਦੀ ਪੂਰੀ ਲਾਈਫ ਜਿਹੜੀ ਆ ਉਹ ਖਾਲਿਸਤਾਨ ਦੇ ਲੇਖੇ ਲਾਉਣੀ ਆ, ਤਾਂ ਉਹਨਾਂ ਦਾ ਇਹ ਹੱਕ ਬਣਦਾ ਕਿ ਉਹ ਪੂਰੀ ਤਸੱਲੀ ਕਰ ਲੈਣ। ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਸ਼ੰਕਿਆਂ ਦੇ, ਉਹਨਾਂ ਦੇ ਖਦਸ਼ਿਆਂ ਦੇ, ਉਹਨਾਂ ਦੇ ਸਵਾਲਾਂ ਦੇ ਜਵਾਬ ਪੈਦਾ ਕਰੀਏ। ਅਸੀਂ ਡਿਬੇਟ ਵਿੱਚ, ਡਿਸਕਸ਼ਨ ਵਿੱਚ, ਸੰਵਾਦ ਵਿੱਚ ਆਈਏ ਤੇ ਉਹਨਾਂ ਨੂੰ ਕਾਇਲ ਕਰੀਏ ਕਿ ਕਿਉਂ ਖਾਲਿਸਤਾਨ ਜ਼ਰੂਰੀ ਹੈ। ਵਾਈ ਨਾਟ ਖਾਲਿਸਤਾਨ। ਮੈਨੂੰ ਚੇਤੇ ਆ ਰਿਹਾ ਕਿ 1978 ਦੇ ਨਕਲੀ ਨਿਰੰਕਾਰੀ ਕਾਂਡ ਤੋਂ ਬਾਅਦ ਡਾਕਟਰ ਸੋਹਣ ਸਿੰਘ, ਜਿਨ੍ਹਾਂ ਨਾਲ ਬਾਅਦ ਵਿੱਚ ਬੜੀ ਕੰਟਰੋਵਰਸੀ ਜੁੜੀ ਰਹੀ, ਤੇ ਉਹਨਾਂ ਨੇ ਚੰਡੀਗੜ੍ਹ ਦੀਆਂ ਤੇ ਹੋਰਨਾਂ ਸ਼ਹਿਰਾਂ ਦੀ ਜਿਹੜੀ ਅਲੀਟ ਕਲਾਸ ਸੀ, ਉਹਨਾਂ ਚ ਵਾਈ ਨਾਟ ਖਾਲਿਸਤਾਨ, ਖਾਲਿਸਤਾਨ ਕਿਉਂ ਨਹੀਂ, ਇਸ ਵਿਸ਼ੇ ਉੱਤੇ ਬਹੁਤ ਉਹਨਾਂ ਨੇ ਮੀਟਿੰਗਾਂ ਜਾਂ ਸੈਮੀਨਾਰ ਟਾਈਪ ਜਿਹੜੇ ਸੀ ਪ੍ਰੋਗਰਾਮ ਉਹ ਕੀਤੇ ਸੀ। ਸੋ ਅੱਜ ਵੀ ਪੰਜਾਬ ਦੇ ਵਿੱਚ ਜਿਹੜੇ ਸਿੱਖ, ਜਿਹੜੇ ਹਿੰਦੂ, ਜਿਹੜੇ ਮੁਸਲਮਾਨ, ਜਿਹੜੇ ਹੋਰ ਲੋਕ ਖਾਲਿਸਤਾਨ ਦੇ ਨਾਲ ਅਸਹਿਮਤ ਨੇ, ਉਹਨਾਂ ਨੂੰ ਸਹਿਮਤ ਕਰਨ ਲਈ ਸਾਨੂੰ ਵਾਈ ਨਾਟ ਖਾਲਿਸਤਾਨ ਟਾਈਪ ਸਰਗਰਮੀ ਦੀ ਲੋੜ। ਬਿਲਕੁਲ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਸਾਨੂੰ ਆਪਦੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਕਾਇਲ ਕਰਨਾ ਪਊ। ਇਹੋ ਜਿਹੇ ਦਿਨ ਲੈ ਕੇ ਆਉਣੇ ਪੈਣਗੇ ਕਿ ਸਾਰੇ ਸੰਸਾਰ ਦੇ ਲੋਕਾਂ ਨੂੰ ਪਤਾ ਹੋਵੇ ਕਿ ਪੰਜਾਬ ਦੀ ਧਰਤੀ ਉੱਤੇ ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਨਸਲ ਦਾ, ਕਿਸੇ ਵੀ ਪਿਛੋਕੜ ਦਾ ਪੰਜਾਬੀ ਹੋ, ਚਾਹੇ ਉਹ ਪੁਲਿਸੀਆ ਆ, ਚਾਹੇ ਉਹ ਫੌਜੀ ਆ, ਚਾਹੇ ਉਹ IAS ਆ, ਚਾਹੇ IPS ਆ, ਉਹ ਖਾਲਿਸਤਾਨ ਦਾ ਹਮਾਇਤੀ ਹੈ। ਜਿੱਦਣ ਅਸੀਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਆ ਗਏ, ਉਦੋਂ ਸਾਡੇ ਨਿਸ਼ਾਨੇ ਨੂੰ ਪੂਰਾ ਹੋਣ ਤੋਂ ਧਰਤੀ ਦੀ ਕੋਈ ਤਾਕਤ ਰੋਕ ਨਹੀਂ ਸਕੀ। ਅੱਜ ਦੀ ਤਰੀਕ ਵਿੱਚ ਬਹੁਤ ਸਾਰੇ ਖਾਲਿਸਤਾਨੀ ਜੁਝਾਰੂ ਸਿੰਘਾਂ ਦੇ ਪਰਿਵਾਰਕ ਮੈਂਬਰ ਵੀ ਇਸ ਗੱਲ ਨਾਲ ਅਸਹਿਮਤ ਨੇ। ਅੱਜ ਦੀ ਤਰੀਕ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਖਾਲਿਸਤਾਨੀਆਂ ਦੇ ਸਾਹਮਣੇ ਇਹੋ ਜਿਹੇ ਸਵਾਲ ਉਛਾਲੇ ਜਾਂਦੇ ਆ ਜਿਨ੍ਹਾਂ ਦਾ ਜਵਾਬ ਨਾ ਹੋਣ ਕਰਕੇ ਸਾਡੇ ਭਾਈਚਾਰੇ ਦੇ ਲੋਕ ਖਿੱਚ ਜਾਂਦੇ। ਬਹੁਤ ਸਾਰੇ ਖਾਲਿਸਤਾਨੀ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਲੱਗਦਾ ਕਿ ਖਾਲਿਸਤਾਨੀ ਹੋਣਾ ਬਹੁਤ ਵੱਡੀ ਗੱਲ ਹੈ ਤੇ ਹੁਣ ਬਸ ਬਾਕੀਆਂ ਨੂੰ ਸਾਡੇ ਨਾਲ ਜਾਂ ਤਾਂ ਮਗਰ ਲੱਗਣਾ ਚਾਹੀਦਾ ਤੇ ਜਾਂ ਫਿਰ ਮੈਂ ਉਹਨਾਂ ਨੂੰ ਮਾੜਾ ਚੰਗਾ ਬੋਲਣ ਦਾ ਹੱਕਦਾਰ ਹੋਵੇ। ਨਵੇਂ ਜਿਹੜਾ ਕੋਚ ਆ, ਜਿਹੜਾ ਹੁਣ ਸਾਡੇ ਸਾਹਮਣੇ ਆ ਇਸ ਮੌਕੇ ਕੋਚ, ਉਹਦੀ ਬੜੀ ਵੱਡੀ ਪ੍ਰੋਬਲਮ ਹੈ ਕਿ ਉਹ ਖਿੱਚਦੇ ਨੇ, ਖਪਦੇ ਨੇ ਤੇ ਸਕਿੰਟਾਂ ਵਿੱਚ ਹੀ ਗਾਲਾਂ ਤੇ ਆ ਜਾਂਦੇ। ਸੋ ਖਾਲਿਸਤਾਨੀ ਹੋ ਜਾਣ ਦਾ ਅਰਥ ਇਹ ਨਹੀਂ ਕਿ ਸਾਨੂੰ ਤਾਂ ਗੱਲ ਸਮਝ ਲੱਗ ਗਈ ਤੇ ਜੇ ਤੁਹਾਨੂੰ ਸਮਝ ਨਹੀਂ ਲੱਗੀ ਤੁਹਾਡੀ ਐਸੀ ਤੈਸੀ। ਵੈਸੇ ਖਿੱਚ ਕੇ ਇਹ ਗੱਲ ਸਮਝਾਈ ਨਹੀਂ ਜਾ ਸਕਦੀ। ਸਾਨੂੰ ਆਪਣੀਆਂ ਤਰਜੀਹਾਂ, ਆਪਣੀਆਂ ਗੱਲਾਂ ਸਮਝਾਉਣੀਆਂ ਪੈਣਗੀਆਂ। ਜਿਵੇਂ ਆਹ ਗੱਲ ਆਪਾਂ ਸ਼ੁਰੂ ਜਿੱਥੋਂ ਕੀਤੀ ਆ ਕਿ ਜਿਹੜੀ ਗੱਲ ਸਾਡੀ ਹਿੰਦੂਤਵ ਨਾਲ ਸਾਂਝ ਪਾਉਂਦੀ ਹੋਵੇ, ਪੰਜਾਬ ਦਾ ਹਿੰਦੂ ਬਾਕੀ ਭਾਰਤ ਦੇ ਹਿੰਦੂ ਨਾਲ ਬਹੁਤ ਸਾਰੀਆਂ ਗੱਲਾਂ 'ਚ ਵੱਖਰਾ ਹੈ ਤੇ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਇਹਦੇ ਨਾਲ ਉਹ ਵੀ ਖਿੱਚਦੇ ਆ ਕਿ ਜੀ ਅਸੀਂ ਤਾਂ ਤੁਹਾਡੇ ਕਰਕੇ, ਜਦੋਂ ਕਿ ਪੰਜਾਬ ਦੇ ਹਿੰਦੂ ਨੂੰ ਪੰਜਾਬ ਦੇ ਹੱਕ ਵਿੱਚ ਭੁਗਤਣਾ ਚਾਹੀਦਾ। ਸਿੱਖਾਂ ਨਾਲ ਆਪਦੇ ਆਪ ਨੂੰ ਜੋੜ ਕੇ ਇਹਨੂੰ ਦੇਖਣਾ ਚਾਹੀਦਾ ਕਿ ਸਾਡਾ ਤਾਂ ਇਹਨਾਂ ਬਗੈਰ ਗੁਜ਼ਾਰਾ ਹੀ ਨਹੀਂ। ਪੰਜਾਬੀ ਹਿੰਦੂ ਨੂੰ ਦਿੱਲੀ ਨਾਲ ਜਾਂ ਯਮਨਾ ਪਾਰ ਵਾਲੇ ਸੱਭਿਆਚਾਰ ਨਾਲ ਉਹੋ ਜਿਹਾ ਮੋਹ ਜਾਂ ਤੇ ਨਹੀਂ ਹੈ। ਜੇਕਰ ਅਸੀਂ ਉਹਨਾਂ ਨੂੰ ਇਸ ਗੱਲ ਲਈ ਕਾਇਲ ਨਹੀਂ ਕਰ ਪਾ ਰਹੇ ਕਿ ਉਹ ਡਰ ਵਿੱਚ ਨੇ
ਜੇ ਉਹਨਾਂ ਦੇ ਖਦਸ਼ੇ ਨੇ, ਜੇ ਉਹਨਾਂ ਨੂੰ ਲੱਗਦਾ ਕਿ ਜੇ ਖਾਲਿਸਤਾਨ ਬਣ ਗਿਆ ਤੇ ਸਾਡੇ ਨਾਲ ਪਤਾ ਨਹੀਂ ਕੀ ਹੋਣਾ, ਤਾਂ ਇਹ ਚੀਜ਼ ਸਾਡੀ ਜ਼ਿੰਮੇਵਾਰੀ ਹੈ। ਜਿਵੇਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਆਪਣੇ ਹੱਕ ਵਿੱਚ ਜੇ ਨਹੀਂ ਕਰ ਪਾਏ ਭਾਰਤੀ ਜਾਂ ਉੱਥੋਂ ਦੀ ਬਹੁ ਗਿਣਤੀ, ਤਾਂ ਇਹ ਉਹਨਾਂ ਦੀ ਘਾਟ ਕਮਜ਼ੋਰੀ ਆ। ਪਰ ਜੇਕਰ ਉਹਨਾਂ ਦਾ ਦੇਖਿਆ ਜਾਵੇ ਤਾਂ ਉਹਨਾਂ ਨੇ ਤਾਂ ਬੇਦਰ ਕਾਂਡ ਜਾਂ 1984 ਦਾ ਨਵੰਬਰ ਮਹੀਨਾ ਜਾਂ ਇਸੇ ਤਰੀਕੇ ਨਾਲ ਹੋਰ ਕੁਝ ਘਟਨਾਕ੍ਰਮ ਨੇ ਜਿਨ੍ਹਾਂ ਦੇ ਰਾਹੀਂ ਇਹ ਜਚਾਇਆ ਗਿਆ ਕਿ ਜੇ ਪੰਜਾਬ ਵਿੱਚ ਸਿੱਖਾਂ ਨੇ ਆਪਦੇ ਹੱਕ ਮੰਗੇ ਤਾਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦਾ ਬੜਾਂਗਾ ਕਰਾਂਗੇ, ਤੇ ਕੀਤਾ ਵੀ। ਤੋ ਇਹ ਉਹਨਾਂ ਦੀ ਸਮੱਸਿਆ। ਪਰ ਪੰਜਾਬੀ ਹਿੰਦੂ ਨਾਲ ਸਾਡਾ ਨਾਤਾ ਕਿਹੋ ਜਿਹਾ ਹੋਵੇ, ਇਹ ਇੱਕ ਬਹੁਤ ਵੱਡਾ ਸਵਾਲ ਆ, ਜਿਹਦੇ ਬਾਰੇ ਸਾਡੀ ਖਾਲਿਸਤਾਨੀ ਧਿਰ ਨੂੰ ਬਹੁਤ ਸੰਵੇਦਨਸ਼ੀਲ ਹੋ ਕੇ ਸੋਚਣਾ ਪਵੇਗਾ। ਇੱਕ ਤਾਂ ਗੱਲ ਸਪਸ਼ਟ ਹੈ ਕਿ ਜਿਹੜੇ ਖਾਲਿਸਤਾਨ ਦੇ ਏਜੰਡੇ ਨਾਲ ਜਾਂ ਸਿੱਖੀ ਨਾਲ ਖੋਰ ਰੱਖਦੇ ਆ, 5 ਸਦੀਆਂ ਦਾ ਵੈਰ ਰੱਖਦੇ ਆ, ਜਿਹੜੇ ਗੰਗੂ ਦੇ ਵਾਰਸ ਨੇ, ਉਹਨਾਂ ਨਾਲ ਕਿਵੇਂ ਵਰਤਣਾ ਇਹ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਹੀ। ਜਿਹੜੀ ਕੋਈ ਇਹੋ ਜਿਹੀ ਬਿਰਤੀ ਵਾਲੇ ਹਿੰਦੂ ਨੇ ਜਿਨ੍ਹਾਂ ਨੂੰ ਸ਼ੰਕੇ ਨੇ, ਖਦਸ਼ੇ ਨੇ ਕਿ ਉਹ ਸਾਡੇ ਪੰਜਾਬ ਦੇ ਵਿੱਚ ਹੀ, ਖਾਲਿਸਤਾਨ ਦੇ ਵਿੱਚ ਹੀ ਰਹਿ ਸਕਦੇ ਨੇ, ਕਿ ਜੇਕਰ ਉਹਨਾਂ ਦੇ ਸਵਾਲਾਂ ਦੇ ਜਵਾਬ ਸੱਚੇ ਤਰੀਕੇ ਨਾਲ ਉਹਨਾਂ ਨੂੰ ਦੇ ਦਿੱਤੇ ਜਾਣ ਤੇ ਫਿਰ ਮੇਰੇ ਖਿਆਲ ਦੇ ਵਿੱਚ ਸਾਡਾ ਕਾਫੀ ਹੱਦ ਤੱਕ ਜਿਹੜਾ ਟਕਰਾਅ ਆ ਉਹ ਨਹੀਂ ਹੋਵੇਗਾ। ਸਾਨੂੰ ਤਾਂ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਕਿ ਖਾਲਸਾਈ ਫਲਸਫੇ ਦੇ ਵਿੱਚ ਉਹ ਸਭ ਕੁਝ ਹੈ ਕਿ ਜੇ ਖਾਲਿਸਤਾਨ ਬਣ ਜਾਵੇ ਤਾਂ ਪੰਜਾਬ ਦੇ ਜਿਹੜੇ ਹਿੰਦੂ ਨੂੰ ਖਾਲਿਸਤਾਨ ਵਿੱਚ ਰਹਿਣ ਦਾ ਮੌਕਾ ਮਿਲੇ ਤੇ ਉਹ 5-7 ਸਾਲਾਂ ਬਾਅਦ ਭਾਰਤ ਵਿੱਚ ਵਸਦੇ ਹਿੰਦੂ ਨੂੰ ਮਿਹਣੇ ਮਾਰਿਆ ਕਰੇ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਕਿੱਡੀ ਸ਼ਾਨ ਤੇ ਕਿੱਡੀ ਫਖਰ ਵਾਲੀ ਜ਼ਿੰਦਗੀ ਅਸੀਂ ਜਿਉਂਦੇ। ਤੇ ਜੇ ਭਾਰਤ ਦੇ ਸਪਾਈ ਨੈਟਵਰਕ ਵਾਲੇ ਏਜੰਸੀਆਂ ਜਿਹਨੂੰ ਕਹਿੰਦੇ, ਉਹ ਖਾਲਿਸਤਾਨੀ ਇਲਾਕੇ ਵਿੱਚ ਵਸਦੇ ਕਿਸੇ ਹਿੰਦੂ ਨੂੰ ਇਹ ਸਮਝ ਕੇ ਵੀ ਇਹ ਤਾਂ ਆਪਣੇ ਨੇ, ਉਹਨੂੰ ਆਪਦੇ ਵਾਲ ਫਰੇਬ ਵਿੱਚ ਲੈ ਕੇ ਕੋਈ ਕਰਤੂਤ ਕਰਾਉਣੀ ਚਾਹਣ, ਤਾਂ ਉਹ ਖਾਲਿਸਤਾਨੀ ਹਿੰਦੂ ਜਿਹੜਾ ਹੈ ਉਹ ਇਸ ਤਰੀਕੇ ਨਾਲ ਉਹਨੂੰ ਕਰਾਰਾ ਜਵਾਬ ਦੇਵੇ ਕਿ ਤੁਹਾਨੂੰ ਤਾਂ ਅਕਲ ਨਹੀਂ, ਤੁਹਾਨੂੰ ਤਾਂ ਪਤਾ ਨਹੀਂ ਕਿ ਇਹ ਖਾਲਿਸਤਾਨ ਦੇ ਵਿੱਚ ਸਾਨੂੰ ਕਿੰਨੀ ਵਧੀਆ ਇਹ ਸੱਚੀ ਜਿਹੜੀ ਜ਼ਿੰਦਗੀ ਆ ਉਹ ਜਿਉ ਰਹੇ ਆ। ਸਾਡੇ ਧਰਮ ਦੇ ਮਾਮਲਿਆਂ ਦੇ ਵਿੱਚ ਸਾਨੂੰ ਪੂਰੀ ਆਜ਼ਾਦੀ ਹੈ ਤੇ ਅਸੀਂ ਕੁਝ ਵੀ ਇਹੋ ਜਿਹਾ ਕਦੇ ਮਹਿਸੂਸ ਨਹੀਂ ਕੀਤਾ। ਸਾਡੇ ਨਾਲ ਵੱਡੇ ਭਰਾਵਾਂ ਵਾਂਗੂ ਰਹਿੰਦੇ ਨੇ ਤੇ ਕਦੇ ਵੀ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਸਾਨੂੰ ਕੋਈ ਅਵਾ ਤਵਾ ਬੋਲ ਜਾਵੇ। ਇਸ ਮੁਲਕ ਦਾ ਸਿਸਟਮ ਜਿਹੜਾ ਕਿ ਗੁਰਮਤ ਤੋਂ ਪ੍ਰੇਰਨਾ ਲੈ ਕੇ, ਗੁਰੂ ਸਾਹਿਬਾਨ ਤੋਂ ਸੇਧ ਲੈ ਕੇ, ਇਹ ਵਾਕਿਆ ਹੀ ਸਰਬੱਤ ਦਾ ਭਲਾ ਮੰਗਣ ਵਾਲੇ ਨੇ। ਇਹ ਵਾਕਿਆ ਹੀ ਮਾਨਸ਼ ਕੀ ਜਾਤ ਸਭੇ ਏਕੋ ਪਹਿਚਾਨਵੋ ਵਾਲੀ ਗੱਲ ਹੈ। ਤੇ ਇਸ ਕਰਕੇ ਤੂੰ ਇੱਥੋਂ ਤੁਰਦਾ ਫਿਰਦਾ ਨਜ਼ਰ ਆ, ਤੂੰ ਮਤ ਇਹ ਸੋਚੀ ਕਿ ਮੈਂ ਹਿੰਦੂ ਆ ਤੇ ਤੂੰ ਮੈਨੂੰ ਪੰਜਾਬ ਭਾਰਤ ਵਿੱਚੋਂ ਆ ਕੇ ਖਾਲਿਸਤਾਨ ਦੇ ਖਿਲਾਫ ਕੁਛ ਕਰਵਾ ਲੇਗਾ। ਇਹ ਦਿਨ ਕਿਵੇਂ ਆਉਣਗੇ? ਇਹ ਸਾਡੇ ਖਾਲਿਸਤਾਨੀ, ਸਾਡੇ ਸਿੱਖਾਂ ਦੇ ਉੱਤੇ ਹੈਗਾ। ਜਿਵੇਂ ਜਿਹੜਾ ਭਾਰਤ ਵਾ, ਇੱਥੇ ਹਜ਼ਾਰਾਂ ਹੀ ਇਹੋ ਜਿਹੇ ਘਟਨਾਕ੍ਰਮ ਸਾਡੇ ਸਾਹਮਣੇ ਆ ਜਦੋਂ ਵੱਡੀਆਂ ਪੋਸਟਾਂ ਤੇ ਬੈਠੇ ਹੋਏ ਹਿੰਦੂਆਂ ਨੇ ਗਦਾਰੀ ਕੀਤੀ, ਮੁਲਕ ਦੇ ਗੁਪਤ ਭੇਦ ਆ ਜਿਹੜੇ ਉਹ ਪਾਕਿਸਤਾਨ ਜਾਂ ਹੋਰਨਾਂ ਮੁਲਕਾਂ ਨੂੰ ਦਿੱਤੇ। ਇਹ ਸਾਰਾ ਕੁਝ ਅਲੱਗ-ਅਲੱਗ ਮੌਕਿਆਂ ਤੇ ਵਾਪਰਦਾ ਰਹਿੰਦਾ। ਇਹ ਇਸ ਮੁਲਕ ਦੀ ਕਮਜ਼ੋਰੀ ਆ, ਇਸ ਮੁਲਕ ਦੀ ਫਿਤਰਤ ਹੈ। ਸਾਡਾ ਤਾਂ ਖਾਲਿਸਤਾਨ ਦੇ ਵਿੱਚ ਇਹੋ ਜਿਹਾ ਹਿਸਾਬ ਕਿਤਾਬ ਹੋਣਾ ਚਾਹੀਦਾ ਹੈ ਕਿ ਹਰ ਇੱਕ ਖਾਲਿਸਤਾਨੀ ਨੂੰ ਦੁਨੀਆ ਦੇ ਵਿੱਚ ਸਿਫਤਾਂ ਹੀ ਕਰਦੇ ਦੇਖੋ, ਤੇ ਉਹ ਹਿੰਦੂ ਹੋਵੇ, ਉਹ ਮੁਸਲਮਾਨ ਹੋਵੇ, ਉਹ ਕੋਈ ਵੀ ਹੋਵੇ, ਤੇ ਉੱਥੇ ਉਹ ਇਸ ਤਰੀਕੇ ਨਾਲ ਮਹਿਕ ਖਿਲਾਰੇ ਕਿ ਦੁਨੀਆ ਭਰ ਦੇ ਲੋਕ ਕਹਿਣ ਕਿ ਕਾਸ਼ ਮੈਂ ਵੀ ਖਾਲਿਸਤਾਨ ਦਾ ਨਾਗਰਿਕ ਬਣ ਸਕਦਾ। ਇਹ ਹੁਣ ਸਾਡੇ ਤੇ ਹੈ, ਕਿਉਂਕਿ ਦੁਨੀਆ ਕਹਿ ਰਹੀ ਆ ਕਿ ਜੀ ਧਰਮ ਆਧਾਰਿਤ ਮੁਲਕ ਜਿਹੜੇ ਨੇ ਉਹ ਕੱਟੜਵਾਦੀ ਹੋ ਜਾਂਦੇ। ਦੇਖੋ, ਸਿੱਖ ਕਦੇ ਵੀ ਕੱਟੜਵਾਦੀ ਨਹੀਂ ਹੋ ਸਕਦਾ। ਇਹ ਰੈਡੀਕਲ, ਟੈਰੋਰਿਸਟ, ਮੂਲਵਾਦੀ, ਵੱਖਵਾਦੀ ਜਾਂ ਇਹੋ ਜਿਹੇ ਬਹੁਤ ਸਾਰੇ ਅੱਖਰ ਸਾਡੇ ਆਲੇ ਦੁਆਲੇ ਖੜੇ ਕਰਕੇ ਸਾਡਾ ਅਕਸ ਜਿਹੜਾ ਹੈ
ਉਹ ਆਮ ਲੋਕਾਂ ਦੀ, ਆਮ ਦੁਨੀਆ ਦੀ ਨਜ਼ਰ ਵਿੱਚ ਭੈੜੇ ਤੋਂ ਭੈੜਾ ਦਰਸਾਉਣ ਦੀ ਇੰਡੀਅਨ ਸਟੇਟ ਸਿਸਟਮ ਦੀ ਜਿੱਦ। ਪਰ ਜਦੋਂ ਲੋਕ ਸਾਨੂੰ ਮਿਲਣ ਉਹ ਕੀ ਮਹਿਸੂਸ ਕਰਨ? ਤੁਸੀਂ ਦੇਖੋ ਸਰਦਾਰ ਸਤਵੰਤ ਸਿੰਘ ਜਦੋਂ ਇੰਦਰਾ ਕਾਂਡ ਦੇ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਸੀ ਤਾਂ ਉੱਥੇ ਕੁਝ ਅਫਸਰਾਂ ਦੀਆਂ ਜਿਹੜੀਆਂ ਪਰਿਵਾਰਕ ਬੀਬੀਆਂ ਸੀ ਉਹ ਉਸ ਨੌਜਵਾਨ ਦੇ ਸਿਰਫ ਦਰਸ਼ਨ ਕਰ ਲਈ, ਹਾਲਾਂਕਿ ਉਹਨਾਂ ਦੇ ਦਿਮਾਗ 'ਚ ਤਾਂ ਨਫ਼ਰਤ ਹੋਣੀ ਚਾਹੀਦੀ ਸੀ, ਪਰ ਉਹ ਉਹਦੇ ਇੱਕ ਵਾਰੀ ਜਿਵੇਂ ਕਹਿੰਦੇ ਆ ਵੀ ਦੇਖਣਾ ਹੈ। ਉਹ ਉਸ ਤਰੀਕੇ ਨਾਲ ਕਿਉਂ ਗੱਲ ਹੋਈ ਅੱਗੇ ਆ ਜੀ। ਜਦੋਂ ਆਪਾਂ ਵੇਦ ਮਰਵਾਹਾ ਦੀ ਕਿਤਾਬ ਅਨਸਿਵਲ ਵਾਰਸ ਵਿੱਚ ਪੜ੍ਹਦੇ ਆ ਕਿ ਦਿੱਲੀ ਦੇ ਵਿੱਚ ਵੈਦਿਆਂ ਨੂੰ ਸੋਧਾ ਲਾਉਣ ਵਾਲੇ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਗ੍ਰਿਫਤਾਰੀ ਹੁੰਦੀ, 2 ਵਾਰ ਗ੍ਰਿਫਤਾਰੀ, ਤੇ ਉਸ ਮੌਕੇ ਵੇਦ ਮਰਵਾਹਾ ਦੀ ਜਿਹੜੀ ਉਸ ਜੁਝਾਰੂ ਸੂਰਮੇ ਸਿੱਖ ਪ੍ਰਤੀ ਜਿਹੜੀ ਅਪਰੋਚ ਆ ਉਹ ਤੁਸੀਂ ਉਸ ਕਿਤਾਬ ਦੇ ਵਿੱਚੋਂ ਜਦੋਂ ਪੜ੍ਹੋ ਤਾਂ ਧੰਨਵਾਦ ਕਰਦੇ ਹੋ ਉਸ ਸਿੱਖ ਦਾ ਜਿਹਨੇ ਸਾਡੀ ਪੂਰੀ ਦੀ ਪੂਰੀ ਕੌਮ ਦਾ ਅਕਸ ਇੰਨਾ ਉੱਚਾ ਤੇ ਸੁੱਚਾ ਬਣਾ ਦਿੱਤਾ। ਵੇਦ ਮਰਵਾਹਾ ਚਾਹੁੰਦਾ ਹੋਊਗਾ ਕਿ ਮੈਂ ਕੋਈ ਨਫ਼ਰਤ ਵਾਲੀ ਗੱਲ, ਪਰ ਨਹੀਂ, ਉਹਨੂੰ ਉੱਥੇ ਇੱਜ਼ਤ ਸਤਿਕਾਰ ਹੀ ਦੇਣਾ ਪੈ ਰਿਹਾ। ਔਰ ਇਸ ਜਿੰਦੇ ਅਤੇ ਸੁਖੇ ਦੀ ਫੋਟੋ ਜਿਸ ਤਰੀਕੇ ਨਾਲ ਉਹ ਜੱਜ ਰੂਈ ਖਾਨ ਜਿਹਨੇ ਫਾਂਸੀ ਦਾ ਆਰਡਰ ਦਿੱਤਾ ਸੀ, ਜੱਜ ਰੋ ਰਿਹਾ ਸੀ ਤੇ ਇਹ ਸੂਰਮੇ ਹੱਸ ਰਹੇ ਸੀ। ਇਹ ਕਿਰਦਾਰ ਜਿਹੜੇ ਸਾਡੀ ਕੌਮ ਦੇ ਵਿੱਚ ਨੇ, ਜਿਹੜੇ ਸਾਡੀ ਕੌਮ ਦੇ ਹੀਰੋ ਨੇ, ਸਾਡੇ ਨਾਇਕ ਨੇ, ਇਹੋ ਜਿਹਾ ਕਿਰਦਾਰ ਜਦੋਂ ਹਰ ਪਾਸੇ ਅਸੀਂ ਦਿਖਾਵਾਂਗੇ ਤਾਂ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੇ ਆਪ ਕਹਿਣਗੇ ਕਿ ਕਮਾਲ ਹੈ, ਕਮਾਲ ਹੈ, ਕਮਾਲ ਹੈ। ਸੋ ਸਾਡੀ ਇਸ ਵੇਲੇ ਬਹੁਤ ਭਾਰੀ ਲੋੜ ਆ ਕਿ ਸਾਡੇ ਉੱਤੇ ਹਿੰਦੂ ਤਰ੍ਹਾਂ ਦਾ ਰੰਗ ਨਾ ਚੜੇ, ਕਿਉਂਕਿ ਹਿੰਦੂਇਜ਼ਮ ਦੀਆਂ ਜਿਹੜੀਆਂ ਬੁਰਾਈਆਂ ਨੇ, ਚੋਰੀ, ਠੱਗੀ, ਹੇਰਾ ਫੇਰੀ, ਬਹੁਤ ਕੁਝ ਇਹੋ ਜਿਹਾ ਹੈ। ਇੱਥੇ ਇੱਕ ਵਾਰ ਸਰਦਾਰ ਚਮਕੌਰ ਸਿੰਘ ਨਾਂ ਦੇ ਇੱਕ ਵਿਦਵਾਨ ਸੱਜਣ ਕਿਤੇ ਗੁਰਮਤ ਪ੍ਰਕਾਸ਼ ਮੈਗਜ਼ੀਨ ਜਿਹੜਾ ਸ਼੍ਰੋਮਣੀ ਕਮੇਟੀ ਕੱਢਦੀ ਹੈ ਉਹਦੇ ਉਹ ਸੰਪਾਦਕ ਦੇ ਤੌਰ ਤੇ ਉਹਨਾਂ ਨੂੰ ਸੇਵਾ ਮਿਲੀ। ਉਹ ਵਿਸ਼ੇਸ਼ ਅੰਕ ਕੱਢਦੇ ਹੁੰਦੇ ਸੀ ਤੇ ਇੱਕ ਅੰਕ ਉਹਨਾਂ ਨੇ ਇਸੇ ਤਰੀਕੇ ਦਾ ਕੱਢਿਆ ਸੀ ਜਿਹਦੇ ਵਿੱਚ ਗੁਰਮਤ ਅਨਸਾਰੀ ਨੁਕਤੇ ਅਤੇ ਗੁਰਮਤ ਵਿਰੋਧੀ ਜਿਹੜੇ ਕੁਝ ਨੁਕਤੇ ਆ ਉਹਨਾਂ ਨੂੰ ਉਹਦੇ 'ਚ ਦਰਜ ਕੀਤਾ। ਪਰ ਉਹ ਇੰਨਾ ਵਧੀਆ ਅੰਕ ਸੀ ਵੀ ਐਵੇਂ ਲੱਗੇ ਕਿ ਜਿਹੜੀਆਂ ਭੈੜੀਆਂ ਮਾੜੀਆਂ ਸਾਰੀਆਂ ਹੀ ਗੱਲਾਂ ਨੇ ਉਹ ਤਾਂ ਮਨਮਤ ਜਿਹਨੂੰ ਆਪਾਂ ਕਹਿੰਦੇ ਆ ਉਹ ਹਿੰਦੂਇਜ਼ਮ ਦੀ ਸ਼ਾਨ, ਕਿਉਂਕਿ ਹਿੰਦੂ ਗ੍ਰੰਥਾਂ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਦੇ ਹੱਕ ਵਿੱਚ ਜਿਹੜੇ ਉਥੋਂ ਉਹਨਾਂ ਦੇ ਹਿੰਦੂ ਨਾਇਕ ਨੇ ਉਹ ਸਾਰਾ ਕੁਝ ਹੀ ਉਹ ਕਰਦੇ ਕਰਾਉਂਦੇ। ਸੋ ਸਾਡਾ ਫਲਸਫਾ, ਸਾਨੂੰ ਜਿਹੜੀ ਸਿੱਖ ਰਹਿਤ ਮਰਿਆਦਾ ਮਿਲੀ, ਜੋ ਸਾਡੇ ਧਰਮ ਦੇ ਰਹਿਤਨਾਮੇ ਬਣੇ, ਉਹਨਾਂ ਅਨੁਸਾਰ ਜਿਹੜਾ ਜੀਵਨ ਖਾਲਸੇ ਨੂੰ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤਾ ਉਹ ਦੁਨੀਆ ਦੇ ਵਿੱਚ ਇੱਕ ਮਾਡਲ, ਇੱਕ ਚੰਗਾ, ਸਭ ਤੋਂ ਵਧੀਆ ਜਿਹੜਾ ਹੈਗਾ ਮਨੁੱਖ ਆ ਉਹ ਉਹਦੀ ਘਾਟ ਗੁਰੂ ਸਾਹਿਬ ਘੜਦੇ। ਕਹਿੰਦੇ ਹੈ ਕਿ ਕਿਸੇ ਵਿਦਵਾਨ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਮਨੁੱਖ ਕੌਣ ਲੱਗਦਾ, ਤੇ ਉਹ ਕਹਿੰਦੇ ਵੀ ਇੱਕ ਜਿਹੜਾ ਸਾਬਤ ਸੂਰਤ, ਬਿਲਕੁਲ ਜਿਵੇਂ ਕੁਦਰਤ ਨੇ ਭੇਜਿਆ ਅਕਾਲ ਪੁਰਖ ਵਾਹਿਗੁਰੂ ਨੇ, ਉਵੇਂ ਦਾ ਕੋਈ ਹੋਵੇ ਜਿਵੇਂ ਸਿੱਖ ਆ, ਵੀ ਉਹ ਮੈਨੂੰ ਸਭ ਤੋਂ ਧਰਤੀ ਦਾ ਖੂਬਸੂਰਤ ਮਨੁੱਖ ਲੱਗਦਾ। ਤੇ ਉਹ ਕਹਿੰਦੇ ਵੀ ਸਭ ਤੋਂ ਭੈੜਾ ਕੌਣ ਹੋ ਸਕਦਾ? ਉਹ ਕਹਿੰਦੇ ਉਹੀ ਸਿੱਖ ਜਿਹਦਾ ਮੂੰਹ ਸਿਰ ਮੁੰਨਿਆ ਹੋਵੇ, ਯਾਨੀ ਕਿ ਸਿੱਖ ਉਹ ਆ ਜਿਹੜਾ ਗੁਰੂ ਸਾਹਿਬ ਨੇ, ਅਕਾਲ ਪੁਰਖ ਨੇ ਜਿਵੇਂ ਸਾਨੂੰ ਸਾਜਿਆ ਸੀ ਉਵੇਂ ਦਾ ਰਹਿੰਦੇ। ਤੋ ਇਵੇਂ ਹੀ ਸਾਡੇ ਧਰਮ ਗ੍ਰੰਥ ਬਾਰੇ ਅੱਡ ਅੱਡ ਜਿਹੜੇ ਹੈਗੇ ਆ ਵੱਡੇ ਲੋਕ ਇਸ ਧਰਤੀ ਦੇ, ਉਹਨਾਂ ਦੇ ਵਿਚਾਰ ਨੇ ਆਪਾਂ ਕਈ ਵਾਰੀ ਸਾਂਝੇ ਕੀਤੇ ਨੇ ਕਿ ਕਿਵੇਂ ਉਹ ਕਹਿੰਦੇ ਨੇ ਵੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇਹ ਕਿੱਡੀ ਵੱਡੀ ਜਿਹੜੀ ਗੱਲ ਹੈ। ਤੋ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਾਂ ਸਾਡੇ ਧਰਮ ਦੇ ਜਿਹੜੇ ਹੋਰ ਆਦਰਸ਼ ਨੇ, ਸੰਕਲਪ ਨੇ, ਜਿਵੇਂ ਦੁਨੀਆ ਉਹਦੀ ਸਿਫਤ ਕਰਦੀ ਹੈ, ਤੇ ਸਾਨੂੰ ਇਸ ਗੱਲ ਵੱਲ ਜਿੰਨਾ ਹੋਣਾ ਚਾਹੀਦਾ ਅਸੀਂ ਉਵੇਂ ਨਹੀਂ ਹੈਗੇ। ਸਾਡੇ ਬੰਦਿਆਂ ਨੂੰ ਹੋਰ ਹੀ ਪਾਸੇ ਉਲਝਾ ਲਿਆ, ਸਿਆਸਤ ਅਸੀਂ ਬਹੁਤ ਜ਼ਿਆਦਾ ਡਿਸਕਸ ਕਰਦੇ ਹਾਂ, ਹੋਰ ਬਹੁਤ ਚੀਜ਼ਾਂ ਨੇ ਜਿਨ੍ਹਾਂ 'ਚ ਅਸੀਂ ਉਲਝੇ ਰਹਿੰਦੇ ਹਾਂ, ਪਰ ਸਾਡਾ ਧਰਮ, ਧਰਮ ਦੇ ਗ੍ਰੰਥ, ਸਾਡੀ ਆਦਰਸ਼, ਸਾਡਾ ਸਭ ਕੁਝ ਜਿਹਤੇ ਸਾਨੂੰ ਫਖਰ ਕਰਨਾ ਚਾਹੀਦਾ ਉਹਦੇ ਬਾਰੇ ਚਰਚਾ ਘੱਟ ਕਰਦੇ ਹਾਂ।
ਸਾਨੂੰ उन्ना ज़्यादा नहीं पता। और ਸਾਡੇ मैं कई देखदा कि दूजियां धर्मां कौमां दे लोकां नूं ਸਾਡੇ ਬੰਦਿਆਂ ਨਾਲੋਂ बहुत कई वारी ज़्यादा पता। इस गल वल सानू ध्यान देना पऊगा कि असीं जेकर आपदे धर्म की एडवोकेसी करन जोगे नहीं, जे असीं खालिस्तान दे हक विच लोकां नूं कायल करन जोगे नहीं, तां कौन आएगा साडे लई, कित्थों आएगा साडे लई? साडा काम ते इह कोई झोना लाउण वाला काम नहीं हैगा कि यूपी बिहार के बंदियां नूं आपां लेबर ते दे दांगे। इह तां आप दा काम आप नूं ही करना पैना। खैर, जिहड़ा सानू इस गल का फखर आ कि संत भिंडरां वाले भी ये गल कहते रहे, साडे गुरु साहिबान भी यही गल कहते आ कि तुमको तुम्हारा खूब, हमको हमारा खूब। सानू कोई शौक नहीं है कि हिंदुआं दे धर्म के मामले विच उन्हां तों वो सारा कुछ छुड़वाउणा है। जिहड़ा कुछ उन्हां दा धर्म वो चंगा है, वो माड़ा उन्हां दा धर्म है। ते हमको हमारा खूब, साडू साडे धर्म के असूल प्यारे। हुण जेकर कोई हिंदू जनेऊ पा के जां उहदे धर्म की जिहड़ी मर्यादा उहदे ते पूरा होवे तां उहनूं तां कोई कुछ नहीं कहंदा इस इंडियन मीडिया दे विच। पर जेकर कोई सिख आपदे धर्म विच परपक्कता दिखावे उहनूं कहंदे कट्टड़वादी है। और ये गल दे नाल ये जिहड़ी हिंदूइज्म दी कड़तण आ वो तां है ही है, पर नाल दी नाल इस गल दे विच कामरेडवादियां ने, कम्यूनिस्टां ने भी पूरा ਇਹਦੇ ਵਿੱਚ योगदान पाया कि जी धर्मी होने के अर्थ बहुत माड़े होंदे आ, धर्मी कट्टड़ होंदे आ, धर्मी बड़े माड़े होंदे आ। हुण तां इस तों अगे तक गल्लां जिहड़ियां ने ओह करन लगे हो। खैर, आपदे धर्म विच परपक्क होना माड़ा नहीं हुंदा। आपदे धर्म दे, आपदी कौम दे, आपदे लोकां दे हक्कां लई लड़ना अतवाद जां अतवादी होना नहीं। सो अपने असूलां उत्ते पहरा देना वखवाद नहीं। हुण इह चीज़ ਅਸੀਂ ਜਦੋਂ ਆਪ ਆਪਣੇ ਉੱਤੇ ਕਰਦੇ ਆ ਤਾਂ ਐਵੇਂ ਹੀ ਅਸੀਂ ਪੰਜਾਬ ਦੇ ਵਿੱਚ ਵਸਦੇ ਹੋਏ ਹਿੰਦੂ ਬਾਰੇ ਚਾਹੁੰਦੇ ਹਾਂ ਕਿ ਉਹ ਆਪਦੇ ਧਰਮ 'ਚ ਪਰਪੱਕ ਰਵੇ ਅਤੇ ਪੰਜਾਬ ਪ੍ਰਤੀ ਜਾਂ ਖਾਲਿਸਤਾਨ ਪ੍ਰਤੀ ਆਪਦੀ ਜਿਹੜੀ ਆ ਜ਼ਿੰਮੇਵਾਰੀ ਉਹ ਪੂਰੀ ਸਮਝੇ। ਸ਼ੁਕਰ ਹੈ ਕਿ ਬੀਤੇ ਦੌਰ ਵਿੱਚ ਬਹੁਤ ਸਾਰੇ ਖੱਤਰੀ ਹਿੰਦੂ ਭਰਾਵਾਂ ਨੇ ਇਸ ਸੰਘਰਸ਼ ਪ੍ਰਤੀ ਆਪਦੇ ਫਰਜ਼ ਨਿਭਾਏ। ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਿਹੜਾ ਅੱਜ ਦਾ ਸਮਾਂ ਹੈ 1984 ਨੇ ਸਾਨੂੰ ਬਹੁਤ ਕਰਾਰਾ ਝਟਕਾ ਮਾਰਿਆ, ਸਾਨੂੰ ਸਬਕ ਦਿੱਤਾ ਕਿ ਖਾਲਿਸਤਾਨ ਜ਼ਰੂਰੀ ਹੈ। ਹੁਣ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਡੈਮੋਕ੍ਰੇਸੀ ਚੱਲਦੀ ਆ, ਲੋਕਤੰਤਰੀ ਸਿਸਟਮ ਚੱਲਦਾ, ਉਹਦੇ ਵਿੱਚ ਅਸੀਂ ਆਪਾਂ ਇਹ ਫਰਜ਼ ਨਿਭਾਉਣ ਲਈ ਆਪਣੇ ਆਪ ਨੂੰ ਤਿਆਰ ਕਰੀਏ ਕਿ ਜਿਹੜੇ ਸਿੱਖ, ਜਿਹੜੇ ਹਿੰਦੂ, ਜਿਹੜੇ ਲੋਕ ਕੋਈ ਵੀ ਨੇ ਜਿਹੜੇ ਖਾਲਿਸਤਾਨ ਨਾਲ ਅਸਹਿਮਤ ਨੇ, ਉਹਨਾਂ ਨੂੰ ਕਾਇਲ ਕਰਨਾ ਸਾਡਾ ਫਰਜ਼ ਹੈ। ਹੁਣ ਇਹ ਕਿਵੇਂ ਹੋਊਗਾ ਇਹ ਟਾਸਕ? AK-47 ਚੱਕ ਕੇ ਹਥਿਆਰਬੰਦ ਕਾਰਵਾਈਆਂ ਕਰਨੀਆਂ ਹੋਰ ਤਰੀਕੇ ਦੀ ਜ਼ਿੰਮੇਵਾਰੀ, ਪਰ ਓਵਰਗਰਾਊਂਡ ਫਰੰਟ ਦੇ ਉੱਤੇ ਕੌਮ ਦੇ ਮਸਲਿਆਂ ਪ੍ਰਤੀ ਲਾਮਬੰਦੀ ਕਰਨੀ ਜ਼ਿਆਦਾ ਔਖੀ ਹੈ। ਇਹ ਨਹੀਂ ਵੀ ਉਹ ਸੌਖਾ ਕੰਮ AK-47 ਵਾਲਾ, ਇਹ ਵੀ ਟਫ ਜੌਬ ਆ, ਉਹ ਵੀ ਔਖਾ, ਪਰ ਇਸ ਪਾਸੇ ਨੂੰ ਸਾਨੂੰ ਆਉਣਾ ਪਊਗਾ। ਅੱਗੇ ਅਸੀਂ ਇੱਕ ਗਾਣਾ ਜਾਂ ਢਾਡੀਆਂ ਤੋਂ ਸੁਣਦੇ ਹੁੰਦੇ ਸੀ ਵੀ ਰਾਜ ਖਾਲਸਾ ਜੇ ਚਾਹੁੰਦੇ ਆ ਲਿਆਉਣਾ ਯੋਧਿਓ, ਪੈਣਾ ਹਰ ਸਿੱਖ ਖਾਲਸਾ ਸਜਾਉਣਾ ਯੋਧਿਓ। ਠੀਕ ਹੈ ਗੱਲ, ਪਰ ਇਹ ਅਧੂਰੀ ਆ। ਪੂਰੀ ਗੱਲ ਇਹ ਆ ਕਿ ਪੰਜਾਬ ਵਿੱਚ ਵਸਦੇ ਹਰ ਇੱਕ ਵਸਿੰਦੇ ਨੂੰ ਅਸੀਂ ਖਾਲਿਸਤਾਨ ਦੇ ਹਮਾਇਤੀ ਕਿਵੇਂ ਬਣਾਉਣਾ। ਸੋ ਇਸ ਤਰੀਕੇ ਨਾਲ ਹੀ ਹੋਰ ਬਹੁਤ ਸਾਰੀਆਂ ਗੱਲਾਂ ਨੇ। ਜਿਹੜੀ ਗੱਲ ਅੱਜ ਆਪਾਂ ਦੇਖ ਰਹੇ ਹਾਂ ਕਿ ਯੋਗਾ ਦਿਹਾੜੇ ਦੇ ਬਿਲਕੁਲ ਬਰਾਬਰ ਗੱਤਕਾ ਦਿਹਾੜਾ ਮਨਾਇਆ ਗਿਆ, ਚੰਗੀ ਗੱਲ ਆ, ਮੁਬਾਰਕਬਾਦ। ਆਪਣੇ ਆਪ ਨੂੰ ਬਚਾਉਣਾ, ਸਿਮੀਲੇਸ਼ਨ ਹੋਣ ਤੋਂ ਬਚਾਉਣਾ, ਜਜ਼ਬ ਹੋਣ ਤੋਂ ਬਚਾਉਣਾ, ਇਹ ਬੜੀ ਜ਼ਰੂਰੀ ਗੱਲ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਇਸ ਮੌਕੇ ਪੂਰੀ ਸਾਜ਼ਿਸ਼ ਨਾਲ, ਪੂਰੀ ਵਿਉਂਤਬੰਦੀ ਨਾਲ ਸਿੱਖਾਂ ਕੋਲੋਂ ਸਿੱਖੀ ਛਡਵਾ ਕੇ ਉਹਨਾਂ ਦਾ ਹਿੰਦੂਇਜ਼ਮ ਕਰਕੇ ਜਾਂ ਉਹਨਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦਾ ਪ੍ਰੋਜੈਕਟ ਚੱਲ ਰਿਹਾ। ਸ਼ੁਕਰ ਆ ਸਾਡੀ ਕੌਮ ਨੂੰ ਚੇਤਾ ਆਇਆ। ਹੁਣ ਤਾਂ 15 ਅਗਸਤ ਵਾਲੇ ਦਿਨ ਇੰਡੀਆ ਕਹਿੰਦਾ ਤਿਰੰਗੇ ਲਾਓ, ਸਾਡੇ ਬੰਦੇ ਖੰਡੇ ਵਾਲੇ ਝੰਡੇ ਚਲਾਉਂਦੇ। ਇੰਡੀਆ ਕਹਿੰਦਾ 26 ਜਨਵਰੀ ਨੂੰ ਮਨਾਓ, ਸਾਡੇ ਇੱਥੇ ਹਰ ਸਾਲ ਦੇਖੀਦਾ ਬਰਾਬਰ ਪ੍ਰੋਗਰਾਮ ਜਿਹੜੇ ਨੇ ਉਹ ਹੁੰਦੇ। ਇਵੇਂ ਹੀ ਵੀਰ ਬਾਲ ਦਿਹਾੜਾ ਵੀ ਲਓ ਜੀ, ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਵੀਰ ਬਾਲ ਦਿਵਸ ਮਨਾਇਆ ਕਰਾਂਗੇ।
ਇੰਡੀਆ ਕੀ ਕਹਿੰਦਾ, ਇੰਡੀਆ ਦੀ ਮੌਜ ਹੈ, ਪਰ ਸਾਡੀ ਕੌਮ ਨੇ ਉਹਨੂੰ ਰੱਦ ਕੀਤਾ ਕਿ ਸਾਡੇ ਸਾਹਿਬਜ਼ਾਦੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੇ। ਇਵੇਂ ਹੀ ਅੱਜ ਜਿਹੜਾ ਗੱਤਕਾ ਦਿਹਾੜਾ ਉਹ ਮਨਾਇਆ। ਸੋ ਹਿੰਦੂ ਦੇ ਅਸਰ ਤੋਂ ਦੂਰ ਹੋਣਾ। ਤੇ ਇਸ ਮੌਕੇ ਇਹ ਵਿੱਚੋਂ ਇੱਕ ਫਿਰ ਬੜੀ ਜ਼ਰੂਰੀ ਜ਼ਿੰਮੇਵਾਰੀ ਹੋਰ ਨਿਕਲ ਆਈ ਕਿ ਪੰਜਾਬੀ ਹਿੰਦੂ ਨੂੰ ਇਸ ਗੱਲ ਲਈ ਸਮਝਾਉਣਾ ਕਿ ਅਸੀਂ ਹਿੰਦੂ ਧਰਮ ਦੇ ਬਿਲਕੁਲ ਹੀ ਦੁਸ਼ਮਣ, ਵਿਰੋਧੀ ਜਾਂ ਨਫ਼ਰਤ ਕਰਨ ਵਾਲੇ ਨਹੀਂ। ਅਸੀਂ ਆਪਦੇ ਧਰਮ ਨੂੰ ਪਿਆਰ ਕਰਦੇ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨਿਆਣੇ ਜਾਂ ਅਸੀਂ ਜਿਹੜਾ ਹੈਗਾ ਹਿੰਦੂ ਇਲਮ ਦੀ ਲਪੇਟ ਵਿੱਚ ਆਈਏ। ਕਿਹਾ ਜਾ ਸਕਦਾ, ਸਵਾਲ ਪੁੱਛਿਆ ਜਾ ਸਕਦਾ ਕਿ ਉਹ ਵੀ ਜੀ ਗੁਰਦੁਆਰਿਆਂ ਚ ਆਉਂਦੇ ਆ, ਜੇ ਉਹਨਾਂ ਦਾ ਧਰਮ ਅਲਾਓ ਕਰਦਾ ਹੈ ਬਈ ਉਹ ਜਿਹੜਾ ਹੈ ਗੁਰਦੁਆਰਿਆਂ ਚ ਆਉਣ, ਸਾਨੂੰ ਇਹਦੇ ਵਿੱਚ ਕੀ ਹੈਗਾ। ਜੇਕਰ ਉਹਨਾਂ ਦਾ ਧਰਮ ਅਲਾਓ ਨਹੀਂ ਕਰਦਾ, ਜੇਕਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਅਲੱਗ-ਅਲੱਗ ਧਰਮਾਂ ਦੀਆਂ, ਉਹ ਆਪਦੇ ਧਰਮ ਦੀ ਮਰਿਆਦਾ ਅਨੁਸਾਰ ਜੇ ਚੱਲਦੇ ਤਾਂ ਸਾਨੂੰ ਕੋਈ ਸਮੱਸਿਆ ਨਹੀਂ। ਪਰ ਸਿੱਖ ਤੋਂ ਇਹ ਆਸ ਨਾ ਕੀਤੀ ਜਾਵੇ ਕਿ ਜਿਹੜਾ ਕੁਝ ਗੁਰੂ ਸਾਹਿਬ ਨੇ ਮਨਾ ਕੀਤਾ ਵੀ ਉਹ ਕਰੋ ਫਿਰ ਅਸੀਂ ਮੰਨਾਂਗੇ। ਭਾਈਚਾਰਾ ਜਾਂ ਸਦਭਾਵਨਾ ਕਾਇਮ ਰੱਖਣ ਦਾ ਅਰਥ ਇਹ ਨਹੀਂ ਕਿ ਸਿੱਖ ਆਪਦੇ ਧਰਮ ਨੂੰ ਤਿਆਗ ਦੇਵੇ। ਜਿਹੜੀਆਂ ਗੱਲਾਂ ਉਹਨਾਂ ਦੇ ਆਦਰਸ਼ ਨੇ ਸਿੱਖਾਂ ਦੇ, ਵੀ ਉਹ ਉਹਨਾਂ ਨੂੰ ਭੰਗ ਕਰੇ, ਜਾਣੀ ਕਿ ਮੰਦਿਰ ਚ ਜਾ ਕੇ ਟੱਲੀ ਖੜਕਾ ਕੇ ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ, ਬੁੱਤ ਪ੍ਰਸਤੀ ਕਰਕੇ ਸਾਬਤ ਕਰੇ ਕਿ ਜੀ ਆਪਾਂ ਹਿੰਦੂ ਦਾ ਬੜਾ ਸਤਿਕਾਰ ਕਰਦੇ ਆ। ਇਹ ਗੱਲ ਨਹੀਂ। ਸਹੀ ਗੱਲ ਇਹ ਆ ਕਿ ਸਿੱਖ ਆਪਦੇ ਧਰਮ ਚ ਪ੍ਰਪੱਕਤਾ ਦਿਖਾਵੇ, ਹਿੰਦੂ ਨੂੰ ਕਵੇ ਕਿ ਮੈਨੂੰ ਤੇਰੇ ਧਰਮ ਤੋਂ ਕੋਈ ਸਮੱਸਿਆ ਨਹੀਂ, ਪਰ ਮੈਂ ਆਪਦੇ ਧਰਮ ਚ ਪ੍ਰਪੱਕ ਆ ਤੇ ਮੈਨੂੰ ਤੇਰੇ ਵੀ ਆਪਦੇ ਧਰਮ ਚ ਪ੍ਰਪੱਕ ਹੋਣ ਤੇ ਪੂਰੀ ਖੁਸ਼ੀ। ਇਹ ਚੀਜ਼ ਹੀ ਸਾਨੂੰ ਆਪੋ ਆਪਣੀ ਥਾਂ ਉੱਤੇ ਰਹਿ ਕੇ, ਆਪੋ ਆਪਦੇ ਧਰਮ ਚ ਪ੍ਰਪੱਕ ਰਹਿ ਕੇ, ਸਾਂਝੇ ਦੁਸ਼ਮਣ ਜਿਹੜਾ ਪੰਜਾਬ ਦੇ ਪੰਥ ਦਾ ਸਾਂਝਾ ਦੁਸ਼ਮਣ ਆ, ਜਿਹੜਾ ਪੰਜਾਬ ਨੂੰ ਬੰਜਰ ਬਣਾ ਰਿਹਾ, ਪੰਜਾਬ ਨੂੰ ਕੰਜਰ ਬਣਾ ਰਿਹਾ, ਪੰਜਾਬ ਨੂੰ ਅਯਾਸ਼ੀ, ਬਦਮਾਸ਼ੀ ਤੇ ਨਸ਼ਿਆਂ ਦਾ ਅੱਡਾ ਬਣਾ ਰਿਹਾ, ਜਿਹੜਾ ਪੰਜਾਬ ਦੇ ਵਿੱਚ ਗੈਰ ਪੰਜਾਬੀ ਲੋਕਾਂ ਨੂੰ ਵਸਾ ਕੇ ਇੱਥੇ ਬਿਲਕੁਲ ਹੀ ਨਵਾਂ ਜਿਹੜੀ ਸਿਵਲਾਈਜੇਸ਼ਨ ਆ ਉਹਨੂੰ ਵਸਾ ਰਿਹਾ, ਤਾਂ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਬਿਲਕੁਲ ਕਰਪਟ ਹੋ ਜਾਵੇ। ਸੋ ਇਸ ਮਾਹੌਲ ਦੇ ਵਿੱਚ ਅੱਜ ਦੇ ਦੌਰ ਵਿੱਚ ਜਦੋਂ ਜਿਹੜੀਆਂ ਨਵੀਆਂ ਤਰਜੀਹਾਂ, ਨਵੀਆਂ ਲੋੜਾਂ ਪੈਦਾ ਹੋ ਰਹੀਆਂ ਨੇ, ਤਾਂ ਉਦੋਂ ਸਾਨੂੰ ਹਰ ਗੱਲ ਦੇ ਉੱਤੇ ਨਵੇਂ ਤਰੀਕੇ ਨਾਲ ਸੋਚਣਾ ਪਊ। 1984 ਤੋਂ ਪਹਿਲਾਂ ਸਾਡੇ ਬੰਦੇ ਬਹੁਤ ਸਾਰਾ ਕੁਝ ਇਹੋ ਜਿਹਾ ਕਰਦੇ ਤਰਾਉਂਦੇ ਰਹੇ ਆ, ਜਿਹੜਾ ਉਸ ਮੌਕੇ ਨਾ ਚੁੱਭਦਾ ਸੀ ਤੇ ਨਾ ਹੀ ਉਹ ਭੈੜਾ ਲੱਗਦਾ ਸੀ। ਤੇ ਬਹੁਤ ਸਾਰੀ ਇਹੋ ਜਿਹੀ ਪ੍ਰਚਾਰਕ ਸ਼੍ਰੇਣੀ ਨੇ ਸਾਡੇ ਨੇ ਵਿਆਖਿਆ ਵੀ ਗੁਰਬਾਣੀ ਦੀ ਇਉਂ ਕਰ ਪੁਰ ਜਾਣੀ। ਪਰ ਅੱਜ ਮਾਹੌਲ ਬਦਲ ਚੁੱਕਿਆ। ਸੋ ਪ੍ਰਚਾਰਕ ਭਾਈਚਾਰੇ ਨੂੰ ਵੀ ਹੁਣ ਆਪਣੇ ਆਪ ਨੂੰ ਸੰਭਲਣਾ ਚਾਹੀਦਾ। ਪਿਛਲੇ 100 ਸਾਲ ਤੋਂ ਇੱਕ ਪ੍ਰੋਜੈਕਟ ਚੱਲ ਰਿਹਾ ਜਿਹਦੇ ਵਿੱਚ ਪੂਰੀ ਸ਼ਰਾਰਤ ਨਾਲ ਸਿੱਖਾਂ ਨੂੰ ਹਿੰਦੂ ਫੋਲਡ ਵਿੱਚ ਲਿਆਉਣ ਵਾਲਾ ਪ੍ਰਾਪੇਗੰਡਾ, ਪਲੱਸ ਸਿੱਖਾਂ ਨੂੰ ਇਸਲਾਮ ਜਾਂ ਮੁਸਲਮਾਨਾਂ ਦਾ ਦੁਸ਼ਮਣ ਬਣਾਉਣ ਵਾਲਾ ਪ੍ਰਾਪੇਗੰਡਾ ਜਿਹੜਾ ਉਹ ਚੱਲਦਾ ਰਿਹਾ। ਸਿੱਖ ਨਾ ਹਿੰਦੂ ਨਾ ਮੁਸਲਮਾਨ, ਸਿੱਖ ਜਿਹੜਾ ਹੈ ਉਹ ਸਿੱਖ ਆ। ਤੇ ਸਾਡਾ ਠੀਕ ਆ ਕਿ ਉਦੋਂ ਮੁਲਕ ਵੱਖਰਾ ਨਹੀਂ ਬਣੇ, ਪਰ ਅੱਜ ਜਿਹੜਾ ਵੱਖਰੇ ਮੁਲਕ ਦਾ ਪ੍ਰੋਜੈਕਟ ਆ ਉਹ ਦਿਨੋਂ ਦਿਨ ਅੱਗੇ ਜਾ ਰਿਹਾ। ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੀ ਜਿਹੜੀ ਹਮਾਇਤ ਮਿਲ ਰਹੀ ਹੈ ਉਹਦਾ ਧੰਨਵਾਦ ਕਰਦੇ ਹੋਏ, ਜਿਵੇਂ ਕਿ ਉਹਨਾਂ ਨੇ ਅੱਜ ਕੱਲ੍ਹ ਬੜੀ ਦਹਾਈ ਪਾਈ ਹੋਈ ਹੈ ਇੰਡੀਆ ਨੇ ਕਿ ਅਸੀਂ ਤਾਂ ਕਨਿਸ਼ਕ ਜਹਾਜ਼ ਕਾਂਡ ਦਾ, ਤੇ ਸ਼ੁਕਰ ਆ ਸਾਡੀ ਕੌਮ ਨੂੰ ਵੀ ਯਾਦ ਆਈ ਆ। ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਸੀ ਕਿ ਕੋਈ ਸੁਰਿੰਦਰ ਮਲਿਕ ਹੈ ਜਿਹੜਾ ਇੰਡੀਅਨ ਕੌਂਸਲ ਜਨਰਲ ਸੀਗਾ ਟੋਰਾਂਟੋ ਦੇ ਵਿੱਚ, ਤੇ ਉਹ ਉਦੋਂ ਜਦੋਂ ਜਹਾਜ਼ ਉੱਡਣਾ ਸੀ ਉਦੋਂ ਕਨਿਸ਼ਕ, ਉਹਦੇ ਵਿੱਚੋਂ ਆਪਦੀ ਵਾਈਫ ਤੇ ਆਪਦੀ ਡਾਟਰ ਨੂੰ, ਆਪਦੀ ਬੱਚੀ ਨੂੰ ਉਸ ਫਲਾਈਟ ਦੇ ਵਿੱਚੋਂ ਜਿਹੜਾ ਹੈਗਾ ਉਹ ਕੱਢ ਲੈਂਦਾ ਕਿ ਸਕੂਲ ਦੇ ਵਿੱਚ ਪੇਪਰ ਨੇ, ਸਕੂਲ ਐਗਜ਼ਾਮੀਨੇਸ਼ਨ ਨੇ ਉਹਦੇ ਬੱਚੇ ਦੇ, ਤੋਂ ਜਿਹੜਾ ਮਰਜ਼ੀ ਬਹਾਨਾ ਬਣਾਇਆ। ਹੁਣ ਇਹ ਗੱਲ ਫੋਟੋ ਸਮੇਤ ਸੋਸ਼ਲ ਮੀਡੀਆ ਤੇ ਪਾ ਕੇ ਸਿੱਖ ਇਹ ਸਮਝਾ ਰਹੇ ਨੇ ਕਿ ਸਾਨੂੰ ਸਭ ਪਤਾ ਤੁਸੀਂ ਉਦੋਂ ਕੀ ਕੀਤਾ ਸੀ। ਸੋ ਇੱਕ ਇਹ ਮੁਲਕ ਹੈ ਜਿੱਥੇ ਜਿਹੜੇ ਪੱਤਰਕਾਰ ਨੇ, ਇੱਕ ਫਰਾਂਸੀਸੀ ਪੱਤਰਕਾਰ ਦੀ ਅੱਜ ਅਖਬਾਰਾਂ 'ਚ ਚਰਚਾ ਕਿ ਉਹਨੂੰ ਅੱਗੇ ਇੱਥੇ ਰਹਿਣ ਦੀ ਜਾਂ ਕੰਮ ਕਰਨ ਦੀ ਆਜ਼ਾਦੀ, ਪਰਮਿਸ਼ਨ ਜਿਹੜੀ ਉਹ ਨਹੀਂ ਦਿੱਤੀ ਗਈ ਤੇ ਉਹਨੂੰ ਸੋਮਵਾਰ ਨੂੰ ਭਾਰਤ ਛੱਡਣਾ ਪੈਣਾ। ਇਹ ਇੱਥੇ ਆਮ ਚੱਲ ਰਿਹਾ। ਕਈ ਪੱਤਰਕਾਰਾਂ ਨੂੰ ਇੱਥੇ ਵੀਜ਼ਾ ਨਹੀਂ ਦਿੱਤਾ ਜਾਂਦਾ, ਕਈਆਂ ਨੂੰ ਜਿਹੜਾ ਹੈਗਾ ਵੀਜ਼ਾ ਜਿਹੜਾ ਮਿਲਿਆ ਹੋਇਆ ਜਾਂ ਕੰਮ ਕਰਨ ਦਾ ਹੱਕ ਉਹ ਨਹੀਂ ਦਿੱਤਾ ਜਾ ਰਿਹਾ। ਤੇ ਇਸ ਮਾਹੌਲ ਦੇ ਵਿੱਚ ਜਦੋਂ ਕਿ ਆਲੇ ਦੁਆਲੇ ਦੇ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਬਹੁਤ ਸੋਹਣੀ ਹਵਾ ਬਣ ਰਹੀ ਹੈ, ਸਾਡਾ ਦੁਸ਼ਮਣ ਸਾਰੀ ਦੁਨੀਆ ਨੂੰ
ਇਹ ਜਚਾਉਣ ਵਿੱਚ ਲੱਗਿਆ ਹੋਇਆ ਕਿ ਇਹ ਕੋਈ ਬਹੁਤੇ ਚੰਗੇ ਇਨਸਾਨ ਨਹੀਂ ਹੈਗੇ, ਇਹ ਤਾਂ ਦੂਜਿਆਂ ਲੋਕਾਂ ਨੂੰ ਨਫ਼ਰਤ ਕਰਦੇ ਆ। ਹਾਂ, ਅਸੀਂ ਨਫ਼ਰਤ ਉਹਨਾਂ ਨੂੰ ਜ਼ਰੂਰ ਕਰਦੇ ਹਾਂ ਜਿਹੜੇ ਸਾਡੇ ਧਰਮ ਦੇ, ਸਾਡੇ ਬੋਲੀ ਦੇ, ਸਾਡੇ ਸੱਭਿਆਚਾਰ ਦੇ, ਸਾਡੇ ਹਿੱਤਾਂ ਦੇ ਦੁਸ਼ਮਣ ਨੇ। ਹਰ ਉਹ ਸ਼ਖਸ ਜਿਹੜਾ ਆਪਦੇ ਧਰਮ 'ਚ ਪੱਕਾ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ ਪਿਆਰ ਕਰਦਾ, ਉਹਦੇ ਨਾਲ ਸਾਡਾ ਕੋਈ ਮਸਲਾ ਨਾ ਸੀ, ਨਾ ਕੋਈ ਹੋ ਸਕਦਾ। ਹਾਂ, ਸਾਨੂੰ ਆਜ਼ਾਦੀ ਚਾਹੀਦੀ ਹੈ। ਜਿਹੜੇ ਪੰਜਾਬੀ ਭਾਈਚਾਰੇ ਦੇ ਵਿੱਚ ਵੀ, ਫੇਰ ਵੀ ਸਾਡੇ ਸਿੱਖਾਂ ਚੋਂ ਵੀ, ਹਿੰਦੂਆਂ ਚੋਂ ਵੀ, ਪੰਜਾਬੀ ਮੁਸਲਮਾਨਾਂ ਚੋਂ ਵੀ, ਪੰਜਾਬ ਦੇ ਵਿੱਚੋਂ ਹੋਰ ਲੋਕਾਂ ਚੋਂ ਵੀ ਕੁਝ ਲੋਕ ਹੋਣਗੇ ਜਿਨ੍ਹਾਂ ਨੂੰ ਖਾਲਿਸਤਾਨ ਪਸੰਦ ਨਹੀਂ ਹੋ ਸਕਦਾ। ਉਹਨਾਂ ਨੂੰ ਪੂਰਾ ਹੱਕ ਆ ਉਹ ਭਾਰਤ ਵਿੱਚ ਰਹਿਣ। ਸਾਡਾ ਜੀ ਕਰੂਗਾ ਅਸੀਂ ਵੀਜ਼ਾ ਲੈ ਕੇ ਭਾਰਤ ਜਾ ਕੇ ਮਿਲਿਆ ਕਰਾਂਗੇ। ਕੋਈ ਕਿਸੇ ਨੂੰ ਜ਼ਬਰਦਸਤੀ ਖਾਲਿਸਤਾਨ ਵਿੱਚ ਰੱਖਣ ਦਾ ਏਜੰਡਾ ਨਹੀਂ ਹੈ। ਵੈਸੇ ਜੋ ਕੁਝ ਹੁਣ ਤੱਕ ਵਾਪਰ ਚੁੱਕਿਆ ਉਹਦੇ ਨਾਲ ਇਹ ਗੱਲ ਤਾਂ ਕਹਿਣੀ ਹੀ ਪਊਗੀ ਵੀ ਜੇ ਕੋਈ ਹੁਣ ਵੀ ਖਾਲਿਸਤਾਨ ਦਾ ਵਿਰੋਧੀ ਹੈ, ਜਾਂ ਤਾਂ ਉਹ ਜੁੱਤੀਆਂ ਖਾਣ ਦਾ ਆਦੀ ਹੈ ਤੇ ਜਾਂ ਫਿਰ ਜੁੱਤੀਆਂ ਚੱਟਣ ਦਾ ਆਦੀ ਹੈ। ਇਹ ਹੁਣ ਪਤਾ ਨਹੀਂ, ਕਿਉਂਕਿ ਜਿਹੜਾ ਵੀ ਬੰਦਾ ਅਣਖ ਗੈਰਤ ਵਾਲਾ ਹੋਊਗਾ, ਉਹ ਚਾਹੇ ਕਿਸੇ ਵੀ ਜਾਤ ਧਰਮ ਬਰਾਦਰੀ ਦਾ ਹੋਵੇ, ਜੇ ਉਹ ਪੰਜਾਬ 'ਚ ਵਸਦਾ ਤਾਂ ਉਹ ਖਾਲਿਸਤਾਨ ਦਾ ਹਾਮੀ ਲਾਜ਼ਮੀ ਹੋਵੇਗਾ। ਸਾਨੂੰ ਯਕੀਨ ਹੈ ਇੱਕ ਦਿਨ ਉਹ ਆਊਗਾ ਜਦੋਂ UN ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਖਾਲਿਸਤਾਨ ਦਾ ਵੀ ਝੰਡਾ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।